ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਬਿਤ ਨਿਛਰ ਚੁਆਏ ਤਾਰ ਤਾਹੀਂ ਤੇ ਅਘਾਏ ਰਹੇ। ਕਾਹੋਂ ਅਬ ਪੰਚ ਤਤ ਸੁਨੀਏ ਸੋ ਜਾਨ ਸੋ। ਖੰਗ ਪੌਨ ਬਨ ਪਾਣੀ ਛੋਨੀ ਪੰਚ ਤਤ ਗੁਣ। ਸ਼ਬਦ ਸਪਰਸ਼ ਰੂਪ ਰਸ ਗੰਧ ਮਾਨਸੋ। ਨਭ ਕਾਨ ਪੌਨ ਤੁਚਾ ਪਾਵਕ ਕੀ ਨੈਨ ਜਾਨ। ਜੀਹੀ ਪਾਨੀ ਕ੍ਰਾਨ ਚਿਤ ਪੰਚ ਇੰਦਰੀ ਗਿਆਨ ਸੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਪਾਵਨ ਪਵਿੱਤਰ ਮੁਬਾਰਕ ਸਥਾਨਾਂ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕੀ ਪਾਵਨ ਮੁਕੱਦਸ ਹਜ਼ੂਰੀ ਅੰਦਰ ਨੇਮ ਸਹਿਤ ਪ੍ਰੇਮ ਸਹਿਤ ਹਾਜ਼ਰੀਆਂ ਭਰ ਕਰਕੇ ਜਨਮ ਸਫਲਾ ਰਹੇ ਸਤ ਸੰਗੀ ਜਨੋ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਓ ਕੇ ਮੁਬਾਰਕ ਜੀਵਨ ਦੀ ਕਥਾ ਸਤਿਗੁਰੂ ਜੀ ਕੀ ਪਾਵਨ ਗੋਦ ਵਿੱਚ ਮਿਲ ਬੈਠ ਕਰਕੇ ਸਰਵਣ ਕਰ ਰਹੇ ਹਾਂ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨਾਂ ਦਿਨਾਂ ਦੇ ਦੌਰਾਨ ਸਾਧ ਸੰਗਤ ਜੀਓ ਸੁਮੇਰ ਪਰਬਤ ਵੱਲ ਜਾ ਰਹੇ ਹਨ। ਲੰਮਿਆਂ ਸਮਿਆਂ ਤੋਂ ਜਿਨ੍ਹਾਂ ਸਿੱਧਾਂ ਜੋਗੀਆਂ ਨੇ ਆਪੋ ਆਪਣੀਆਂ ਸਾਧਨਾਵਾਂ ਦੇ ਨਾਲ ਉਮਰਾਂ ਲੰਮੀਆਂ ਕੀਤੀਆਂ ਹੋਈਆਂ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਜਿਵੇਂ ਆਉਣਾ ਸੁਣਿਆ ਹੋਵੇ, ਖਬਰ ਪਤਾ ਲੱਗੀ ਹੋਵੇ, ਸਾਰੇ ਪਾਸੇ ਹੀ ਇੱਕ ਹਲਚਲ ਮਚ ਗਈ। ਗੋਰਖਨਾਥ ਨੇ ਜਾਂ ਉਹਨੇ ਸਾਰਿਆਂ ਨੂੰ ਆਪਣੇ ਕੋਲ ਉਸ ਥਾਂ ਗੋਰਖ ਸਿੱਧ ਨੇ ਬੁਲਾ ਲਿਆ। ਵਾਰੀ ਵਾਰੀ ਲੱਗਾ ਕਹਿਣ, ਕਹਿੰਦੇ ਤੁਸੀਂ ਬੜੇ ਪੁੱਗੇ ਹੋਏ ਸਿੱਧ ਹੋ, ਜਾਓ ਕੋਈ ਉਹਨੂੰ ਇੱਕ ਜਣਾ ਜਾ ਕਰਕੇ ਆਪਣੀ ਵਿਚਾਰ ਵਿੱਚ ਹਰਾ ਕੇ ਤੇ ਆਪਣੇ ਹੱਥ ਵਿੱਚ ਪ੍ਰਵੇਸ਼ ਕਰਾ ਕੇ ਲਿਆਵੇ। ਵਾਰੀ ਵਾਰੀ ਪਾਤਸ਼ਾਹ ਜੀਆਂ ਦੇ ਕੋਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਕੋਲ ਆ ਰਹੇ ਹਨ। ਵਾਦ ਵਿਵਾਦ ਚਰਚਾ ਕਰ ਰਹੇ ਹਨ, ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਤੋਂ ਹਰ ਵਾਰੀ ਹਾਰ ਕੇ ਵਾਪਸ ਜਾ ਰਹੇ ਹਨ। ਪ੍ਰਥਮ ਆਏ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਇਸ ਸਰੀਰ ਦੀ ਬਣਤਰ ਬਾਰੇ ਪੁੱਛਦੇ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਜੋ ਸਰੀਰ ਦੀ ਬਣਤਰ ਸੀ, ਮਹਾਰਾਜ ਸੱਚੇ ਪਾਤਸ਼ਾਹ ਜੀ ਸਰੀਰ ਦੀ ਬਣਤਰ ਬਾਰੇ ਦੱਸਿਆ। ਉਹਨਾਂ ਨੇ ਕੋਠੜੀਆਂ ਪੁੱਛੀਆਂ ਮਹਾਰਾਜ ਜੀਆਂ ਤੋਂ। ਅੰਦਰ ਜੋ ਕਲੇਜਾ ਹੈ ਮਹਾਰਾਜ ਜੀਆਂ ਨੂੰ ਪੁੱਛਦੇ ਹਨ, ਉਹਦੇ ਬਾਬਤ ਦੱਸ ਪਾਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਦੇ ਬਾਰੇ ਦੱਸਦੇ ਹਨ। ਕੋਠੜੀਆਂ 72 ਕੋਠੜੀਆਂ ਬਾਰੇ ਮਹਾਰਾਜ ਜੀ ਦੱਸਦੇ ਹਨ। ਸਰੀਰ ਵਿੱਚ ਨਾੜਾਂ ਕਿਤਨੀਆਂ ਹਨ ਮਹਾਰਾਜ ਉਹ ਦੱਸਦੇ ਹਨ। ਇੱਕ ਦਿਨ ਵਿੱਚ ਮਨੁੱਖ ਸਾਹ ਕਿਤਨੇ ਲੈਂਦਾ ਹੈ ਪਾਤਸ਼ਾਹ ਜੀਆਂ ਨੇ ਉਹ ਉਹਨਾਂ ਨੂੰ ਉੱਤਰ ਦਿੱਤਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਸਤਿਗੁਰੂ ਜੀਆਂ ਦੇ ਪਾਸੋਂ ਸੁਣ ਕਰਕੇ ਇੱਕ ਸਿੱਧ ਵਾਪਸ ਗਿਆ ਤੇ ਵਾਪਸ ਜਾ ਕੇ ਗੋਰਖ ਨੂੰ ਲੱਗਾ ਕਹਿਣ, ਕਹਿੰਦੇ ਉਹ ਤਾਂ ਕੋਈ ਪੁੱਗੇ ਹੋਏ ਆਏ ਹਨ। ਲੋਹਾ ਰੀਪਾ ਨੂੰ ਭੇਜਿਆ। ਲੋਹਾ ਰੀਪਾ ਨੇ ਆਣ ਕੇ ਅੰਦਰ ਦੀ ਕੁੰਡਲਣੀ ਦੇ ਬਾਰੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਪ੍ਰਸ਼ਨ ਉਹਨਾਂ ਨੇ ਕੀਤਾ। ਲੋਹਾ ਰੀਪਾ ਇੱਕ ਪਾਸੇ ਆਣ ਕੇ ਬੈਠਾ ਹੈ। ਇਸ ਸਿੱਧ ਦਾ ਨਾਮ ਮਹਾਰਾਜ ਜੀਆਂ ਨੇ ਬਾਣੀ ਵਿੱਚ ਵੀ ਕੀਤਾ, ਗੋਰਖਪੂਤ ਲੋਹਾ ਰੀਪਾ ਬੋਲਾ।
ਲੋਹਾ ਰੀਪਾ ਨੇ ਕੁਝ ਹੋਰ ਵੀ ਜਿਹੜੇ ਪ੍ਰਸ਼ਨ ਸਨ ਮਹਾਰਾਜੀਆਂ ਦੇ ਕੋਲ ਕੀਤੇ, ਜਿਵੇਂ ਇਹਦਾ ਕੀਤਾ ਹੋਇਆ ਪ੍ਰਸ਼ਨ ਮਹਾਰਾਜੀਆਂ ਨੇ ਬਾਣੀ ਵਿੱਚ ਵੀ ਲਿਖਿਆ ਹੈ। ਹਾਟੀ ਬਾਟੀ ਰਹੇ ਨਿਰਾਲੇ ਰੂਖ ਬਿਰਖ ਉਦਿਆਨੇ, ਕੰਧ ਮੂਲ ਆਹਾਰੋ ਖਾਈਐ ਔਦੂ ਬੋਲੇ ਗਿਆਨੈ, ਤੀਰਥ ਨਹਾਈਐ ਸੁਖ ਫਲ ਪਾਈਐ ਮੈਲ ਨਾ ਲਾਗੈ ਕਾਈ, ਗੋਰਖ ਪੂਤ ਲੋਹਾ ਰੀਪਾ ਬੋਲੇ ਜੋਗ ਜੁਗਤ ਵਿਦਸਾਈ। ਪਾਤਸ਼ਾਹ ਜੀਆਂ ਨੂੰ ਮਹਾਰਾਜੀਆਂ ਨੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਲੋਹਾ ਰੀਪਾ ਨੇ ਕਿਹਾ ਸੀ ਵੀ ਜੰਗਲਾਂ ਬੇਲਿਆਂ ਵਿੱਚ ਵਸਦੇ ਹਾਂ, ਹਾਟੀ ਬਾਟੀ ਅਸੀਂ ਸਾਰਾ ਘਰ ਪਰਿਵਾਰ ਅਸੀਂ ਛੱਡੇ ਹੋਏ ਹਨ। ਹਾਟੀ ਬਾਟੀ ਰਹੇ ਨਿਰਾਲੇ ਰੂਖ ਬਿਰਖ ਉਦਿਆਨੇ, ਕੰਧ ਮੂਲ ਆਹਾਰੋ ਖਾਈਐ, ਅਸੀਂ ਪੱਤੇ ਖਾ ਕੇ ਰੁੱਖਾਂ ਦੀਆਂ ਜੜ੍ਹਾਂ ਖਾ ਕੇ ਕੰਧ ਮੂਲ ਛਕ ਕੇ ਅਸੀਂ ਆਪਣਾ ਆਹਾਰ ਕਰਨੇ ਹਾਂ। ਤੀਰਥ ਨਹਾਈਐ ਸੁਖ ਫਲ ਪਾਈਐ ਮੈਲ ਨਾ ਲਾਗੈ ਕਾਈ, ਗੋਰਖ ਪੂਤ ਲੋਹਾ ਰੀਪਾ ਬੋਲੇ। ਮਹਾਰਾਜੀਆਂ ਨੇ ਫਿਰ ਭਾਈ ਇਹਨੂੰ ਉੱਤਰ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਹੱਟੀ ਤਥਾ ਉਹ ਸੰਸਾਰ ਦੇ ਅੰਦਰ ਵਿਚਰਨਾ ਮਾਲਕ ਜੀਆਂ ਨੇ ਸਰੀਰ ਦੇ ਅੰਦਰ ਹੀ ਰੱਖਿਆ ਹੋਇਆ ਹੈ। ਇਸ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਸਾਧ ਸੰਗਤ ਜੀਓ ਲੋਹਾ ਰੀਪਾ ਦਾ ਇਹ ਵੀ ਮਹਾਰਾਜ ਜੀਆਂ ਨੇ ਬਾਣੀ ਵਿੱਚ ਉੱਤਰ ਦਿੱਤਾ। ਅਨੇਕਾਂ ਪ੍ਰਸ਼ਨ ਹਨ, ਸੋ ਰਹੋ ਵਿਚਾਰ। ਹੁਣ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਇਹਨੇ ਝੁੰਝਲਾ ਕੇ ਨਾ, ਜਿਵੇਂ ਆਪਣੀ ਵਿਚਾਰ ਦੇ ਅੰਦਰ ਹਾਰਦਾ ਹੋਵੇ, ਪਾਤਸ਼ਾਹ ਜੀਆਂ ਨੂੰ ਪੰਜਾਂ ਤੱਤਾਂ ਦੇ ਬਾਰੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਫਿਰ ਪ੍ਰਸ਼ਨ ਕਰਦਾ ਹੈ। ਪ੍ਰਸ਼ਨ ਇਹਨੇ ਸਰੀਰ ਦੇ ਜਿਹੜੇ 10 ਪ੍ਰਾਣ ਪਏ ਚੱਲਦੇ ਹਨ, ਜਿਵੇਂ ਬਾਬਾ ਕਬੀਰ ਸਾਹਿਬ ਜੀਆਂ ਨੇ ਬਾਣੀ ਅੰਦਰ ਜ਼ਿਕਰ ਕੀਤਾ, ਉਲਟਤ ਚੱਕਰ ਪਵਨ ਖਟ ਭੇਦੇ ਸੁਰਤ ਸੁਨ ਅਨਰਾਗੀ, ਆਵੈ ਨਾ ਜੀਆ ਜਾਵੈ ਮਰੈ ਨਾ ਜੀਵੈ, ਤਾਸ ਖੋਜ ਬੈ ਰਾਗੀ, ਮੇਰੇ ਮਨ ਹੀ ਉਲਟ ਸਮਾਨਾ, ਗੁਰ ਪ੍ਰਸਾਦ ਅਕਲ ਪਈ ਅਵਰੈ ਨਾਤਰ ਥਾ ਬੇਗਾਨਾ, ਨਿਵਰੈ ਦੂਰ ਦੂਰ ਫੁਨ ਨਿਵਰੈ, ਜਿਨ ਜੈਸਾ ਕਰਮਾਨਿਆ, ਲੌਤੀ ਕਾ ਜੈਸੇ ਭਇਆ ਬਰੇਡਾ, ਜਿਨ ਪੀਆ ਤਿਨ ਜਾਣਿਆ, ਤੇਰੀ ਨਿਰਗੁਣ ਕਥਾ ਕਾਹੇ ਸੋ ਕਹੀਐ। ਖਾਸ ਤੌਰ ਤੇ ਜੋ ਸਤਿਕਾਰਯੋਗ ਬਾਬਾ ਕਬੀਰ ਸਾਹਿਬ ਜੀਆਂ ਦੇ ਪਾਵਨ ਪਵਿੱਤਰ ਜਿਹੜੇ ਸ਼ਬਦ ਨੇ, ਗਜ ਨਵ ਗਜ 10 ਗਜ 21 ਪੁਰੀਆਂ ਏਕ ਤਨਾਈ, 60 ਸੂਤ ਨਵ ਖੰਡ 72 ਪਾਟ ਲਗੋ ਅਧਿਕਾਈ, ਗਈ ਬਨਾਵਨ ਮਾਓ ਘਰ ਛੋੜਿਆ ਜਾਏ ਜਲਾਓ। ਇਸ ਸਰੀਰ ਦੇ ਬਾਬਤ ਹੀ ਬਾਬਾ ਕਬੀਰ ਸਾਹਿਬ ਜੀਆਂ ਨੇ ਬਾਣੀ ਅੰਦਰ ਜੋਗ ਮਤ ਦੇ ਅਨੁਸਾਰ, ਜਿਵੇਂ ਉਹਨਾਂ ਦਾ ਸੀ, ਬਾਬਾ ਕਬੀਰ ਸਾਹਿਬ ਜੀਆਂ ਨੇ ਬਾਣੀ ਵਿੱਚ ਵੀ ਜ਼ਿਕਰ ਕੀਤਾ ਹੈ। ਸਾਧ ਸੰਗਤ ਜੀਓ, ਕੁਝ ਤਾਂ ਜੋ ਆਪਣਾ ਸਰੀਰ ਹੈ, ਇਹ ਸਰੀਰ ਜੋ ਦਿਖਾਈ ਦੇ ਰਿਹਾ ਹੈ, ਦੂਸਰਾ ਹੈ ਸੂਖਸ਼ਮ ਸਰੀਰ, ਜਿਹਦੇ ਬਾਰੇ ਜੋਗੀਆਂ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਕੋਲ ਬਚਨ ਉਹਨਾਂ ਨੇ ਕੀਤਾ, ਈੜਾ ਪਿੰਗਲਾ ਔਰ ਸੁਖਮਨਾ ਤੀਨ ਬਸੈ ਇਕ ਠਾਏ। ਇਹਨਾਂ ਪ੍ਰਮੁੱਖ ਨਾੜੀਆਂ ਦੇ ਵਿੱਚੋਂ ਜਿਹੜੀਆਂ 3 ਪ੍ਰਮੁੱਖ ਨੇ, ਈੜਾ, ਪਿੰਗਲਾ ਤਥਾ ਤੀਸਰੀ ਹੈ ਸੁਖਮਨਾ, ਇਹਨਾਂ ਤਿੰਨਾਂ ਦੇ ਵਿੱਚੋਂ ਸੁਖਮਨਾ ਪ੍ਰਧਾਨ ਹੈ, ਜਿਹਨੂੰ ਸਾਧ ਕਰਕੇ ਕੁੰਡਲਨੀ ਜਿਹਦੇ ਨਾਲ ਸੁਰਜੀ ਜਾਂਦੀ ਹੈ। ਸਤਿਗੁਰੂ ਜੀਆਂ ਨੇ ਪਾਵਨ ਪਵਿੱਤਰ ਬਾਣੀ ਅੰਦਰ ਜਿੱਥੇ ਵੀ ਕੋਈ ਸਿੱਧ ਜੋਗੀ ਆਦ ਮਿਲੇ, ਉਹਨਾਂ ਨਾਲ ਵਿਚਾਰ ਚਰਚਾ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਹੋਈ। ਲੋਹਾ ਰੀਪਾ ਨੇ ਪਾਤਸ਼ਾਹ ਜੀਆਂ ਤੋਂ ਸਰੀਰ ਦੇ ਜਿਹੜੇ 10 ਪ੍ਰਾਣ ਨੇ ਵੱਖ-ਵੱਖ ਥਾਵਾਂ ਤੇ ਵਸਦੇ ਨੇ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਤੋਂ ਉਹਨਾਂ ਬਾਬਤ ਵੀ ਪੁੱਛ ਕੀਤੀ। ਨੀਂਦ ਦਾ, ਡਕਾਰ ਦਾ, ਜੰਭਾਈ ਛੀਂਕ ਸਤਿਗੁਰੂ ਮਹਾਰਾਜ ਜੀਆਂ ਤੋਂ ਇਹਨਾਂ ਬਾਬਤ ਵੀ ਪੁੱਛਦੇ ਹਨ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਉਹਨਾਂ ਨੂੰ ਸਾਧ ਸੰਗਤ ਜੀਓ ਬੜੇ ਪ੍ਰੇਮ ਦੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਉੱਤਰ ਪਏ ਦਿੰਦੇ ਹਨ। ਸਿੱਧ ਗੋਸ਼ਟ ਬਾਣੀ ਅੰਦਰ ਪਾਤਸ਼ਾਹ ਜੀ ਦਾ ਇੱਕ ਬੜਾ ਪਿਆਰਾ ਬਚਨ ਹੈ। ਮਹਾਰਾਜ ਜੀ ਬਚਨ ਕਰਦੇ ਨੇ, ਰੋਸ ਨਾ ਕੀਜੈ ਉੱਤਰ ਦੀਜੈ, ਕਿਉਂ ਪਾਈਆ ਗੁਰਦੁਆਰੋ। ਹੇ ਸਿੱਧ ਜੀ, ਹੇ ਜੋਗੀ ਜੀ, ਚਲੋ ਜੇ ਇੱਕ ਗੱਲ ਦਾ ਨਹੀਂ ਪਤਾ ਲੱਗਾ, ਤੁਸੀਂ ਗੁੱਸਾ ਨਾ ਕਰੋ, ਰੋਸ ਨਾ ਕਰੋ, ਉੱਤਰ ਦਿਓ ਇਹਦਾ। ਜੇ ਪਤਾ ਹੈ, ਰੋਸ ਨਾ ਕੀਜੈ ਉੱਤਰ ਦੀਜੈ, ਇਹਨਾਂ ਬਾਤਾਂ ਦਾ ਤੁਸੀਂ ਉੱਤਰ ਦਿਓ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਤੋਂ ਸਾਧ ਸੰਗਤ ਜੀ ਇਸ ਪ੍ਰਕਾਰ ਵਿਚਾਰ ਚਰਚਾ ਉੱਥੇ ਚਲਦਿਆਂ ਗੁਰਦੇਵ ਮਹਾਰਾਜ ਜੀਆਂ ਤੋਂ ਸਾਧ ਸੰਗਤ ਜੀਓ ਹੁਣ 5 ਤੱਤਾਂ ਦਾ, ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ, ਜਿਹਦੀ ਪ੍ਰਿਥਵੀ ਬਣੀ ਹੋਈ ਹੈ, ਜਿਹੜੇ ਇਹ 5 ਤੱਤ ਬਣੇ ਹੋਏ ਹਨ,
ਜਿਨ੍ਹਾਂ ਦਾ ਆ ਸਾਧ ਸੰਗਤ ਜੀਓ ਜੋ ਸਰੀਰ ਸਾਡਾ ਦਿਖਾਈ ਦੇ ਰਿਹਾ ਹੈ, ਇਹਨਾਂ ਪੰਜਾਂ ਤੱਤਾਂ ਬਾਰੇ ਪੁੱਛਦੇ ਹਨ। ਪੌਣ ਉਪਾਏ ਧਰੀ ਸਭ ਧਰਤੀ, ਜਲ ਅਗਨੀ ਕਾ ਬੰਦ ਕੀਆ। ਉਸ ਮਾਲਕ ਸੱਚੇ ਪਾਤਸ਼ਾਹ ਜੀਆਂ ਨੇ, ਪਰਮਾਤਮਾ ਨੇ ਕਦੇ ਨਹੀਂ ਸੁਣਿਆ ਵੀ ਪਾਣੀ ਤੇ ਅੱਗ ਇੱਕ ਥਾਂ ਤੇ ਇਕੱਠੀ ਰਹਿੰਦੀ ਹੋਵੇ, ਪਰ ਪਰਮਾਤਮਾ ਨੇ ਆਹ ਸਰੀਰ ਪਾਣੀ ਵੀ ਇਕੱਠਾ ਰੱਖ ਦਿੱਤਾ ਤੇ ਅੱਗ ਵੀ ਇਕੱਠੀ ਰੱਖ ਦਿੱਤੀ। ਇਹਦੇ ਵਿੱਚੋਂ ਜੇ ਥੋੜੀ ਜੀ ਅੱਗ ਵੀ ਘਟ ਜਾਵੇ ਤਾਂ ਵੀ ਕਹਿੰਦੇ ਆ ਟੈਂਪਰੇਚਰ ਡਾਊਨ ਹੋ ਗਿਆ। ਗਰਮੀ ਅੰਦਰ ਜੇ ਸਰੀਰ ਵਿੱਚੋਂ ਥੋੜਾ ਪਾਣੀ ਘਟ ਜਾਏ ਤਾਂ ਵੀ ਕਹਿਣਗੇ ਡੀਹਾਈਡਰੇਸ਼ਨ। ਕਹਿੰਦੇ ਵੀ ਜਿਹਦੇ ਨਾਲ ਸਰੀਰ ਦੇ ਵਿੱਚੋਂ ਪਾਣੀ ਦਾ ਤੱਤ ਘਟਣ ਦੇ ਨਾਲ ਬੰਦਾ ਤਾਂ ਨਹੀਂ ਤੁਰ ਸਕਦਾ, ਅੱਗ ਦਾ ਤੱਤ ਘਟ ਜਾਏ ਤਾਂ ਨਹੀਂ ਤੁਰ ਸਕਦਾ। ਮਾਲਕ ਜੀਆਂ ਨੇ, ਪਰਮਾਤਮਾ ਨੇ ਇਸੇ ਤਰ੍ਹਾਂ ਵਿਧ ਦੇ ਨਾਲ ਮਨੁੱਖੀ ਸਰੀਰ ਬਣਾਇਆ ਹੋਇਆ ਹੈ। ਸਾਧ ਸੰਗਤ ਜੀਓ ਉਹਦੇ ਬਾਬਤ ਮਹਾਰਾਜ ਜੀਆਂ ਦੇ ਨਾਲ ਲੋਹਾ ਰੀਪਾ ਨੇ ਪ੍ਰਸ਼ਨ ਕੀਤਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਪੰਜਾਂ ਤੱਤਾਂ ਦੇ ਬਾਰੇ, ਉਹਨਾਂ ਪੰਜਾਂ ਤੱਤਾਂ ਦੇ ਅਗਾਂ ਗੁਣ ਦੇ ਬਾਰੇ, ਅਗਾਂ ਪੰਜਾਂ ਤੱਤਾਂ ਦੀਆਂ ਜਿਹੜੀਆਂ ਪੰਜ ਪੰਜ ਪ੍ਰਕਿਰਤੀਆਂ ਹੋਰ ਨੇ ਮਹਾਰਾਜ, ਜਿਹਨੂੰ ਬਾਬਾ ਕਬੀਰ ਸਾਹਿਬ ਜੀ ਬਾਣੀ ਵਿੱਚ ਇਉਂ ਅੰਕਿਤ ਕਰਦੇ ਹਨ, ਪਰਿਪੂਰਨ ਪਰਮਾਤਮਾ ਨੇ ਕਿਉਂ ਲੀਜੈ ਗੜਬੰਕਾ ਭਾਈ, ਦੋਵਰ ਕੋਟਰ ਤੇਵਰ ਖਾਈ, 5 25 ਮੋਹ ਮਦ ਮਤਸਰ। ਇੱਕ ਤੱਤ ਦੀਆਂ ਪੰਜ ਪ੍ਰਕਿਰਤੀਆਂ, ਪੰਜਾਂ ਦੀਆਂ ਅਗਾਂ ਪੰਜ ਪੰਜ, ਉਹ 25 ਬਣੀਆਂ। 5 25 ਮੋਹ ਮਦ ਮਤਸਰ, ਆਡੀ ਪ੍ਰਬਲ ਮਾਇਆ, ਜਨ ਗਰੀਬ ਕੋ ਜੋਰ ਨਾ ਪਹੁੰਚਾ, ਕਹਾਂ ਕਰੂ ਰਘੁਰਾਇਆ। ਕੱਲੇ ਕੱਲੇ ਤੱਤ ਦੀਆਂ ਪੰਜ ਪੰਜ ਫੇਰ ਹਨ। ਉਹਨਾਂ ਬਾਰੇ ਬਾਬਾ ਕਬੀਰ ਸਾਹਿਬ ਜੀ ਵੀ ਜ਼ਿਕਰ ਕਰਦੇ ਹਨ ਬਾਣੀ ਵਿੱਚ। ਸਤਿਗੁਰੂ ਮਹਾਰਾਜ ਜੀ ਕਿਸ ਪ੍ਰਕਾਰ ਉੱਤਰ ਦਿੰਦੇ ਹਨ, ਆਓ ਸਾਧ ਸੰਗਤ ਜੀਓ ਬਖਸ਼ੋ ਸੀਸ, ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਕਬਿਤ ਨਿਚਰ ਚੁਆਏ ਤਾਰ, ਤਾਹੀਂ ਤੇ ਅਘਾਏ ਰਹੇ। ਜਿੱਥੋਂ ਲਗਾਤਾਰ ਇੱਕ ਰਸ ਪਰਮਾਤਮਾ ਨਾਲ ਬਿਰਤ ਟਿਕਦੀ ਹੈ, ਕਹੋ ਅਬ ਪੰਜ ਤਤ ਸੁਨੀਏ ਸੁਜਾਨ ਸੋ। ਇਹ ਭਾਈ ਹੈ ਸੁਜਾਨੀ, ਤੁਸੀਂ ਪੰਜ ਤੱਤਾਂ ਦੇ ਬਾਰੇ ਮੈਨੂੰ ਪੁੱਛਿਆ ਹੈ, ਮੈਂ ਉਹਨਾਂ ਪੰਜਾਂ ਤੱਤਾਂ ਬਾਰੇ ਆਪ ਜੀ ਨੂੰ ਦੱਸਦਾ ਹਾਂ। ਹੰਗ ਪੌਨ ਬਨ ਪਾਣੀ, ਚੋਨੀ ਪੰਜ ਤਤ ਗੁਣ। ਪ੍ਰਿਥਵੀ, ਪੌਣ, ਪਾਣੀ, ਪਰਿਪੂਰਨ ਪਰਮਾਤਮਾ ਨੇ ਅਗਨੀ, ਆਕਾਸ਼, ਪ੍ਰਿਥਵੀ, ਪਾਣੀ ਤਥਾ ਵਾਯੂ, ਇਹ ਉਸ ਪਰਿਪੂਰਨ ਪਰਮਾਤਮਾ ਜੀ ਨੇ ਪੰਜ ਤੱਤ ਰੱਖੇ ਹਨ। ਸ਼ਬਦ ਸਪਰਸ਼ ਰੂਪ ਰਸ ਗੰਧ ਮਾਨਸੋ। ਇਹਨਾਂ ਵਿੱਚੋਂ ਹੁਣ ਜਿਹੜੇ ਅਗਾਂ ਇਹਨਾਂ ਦੇ ਪੰਜ ਗੁਣ ਹਨ, ਸ਼ਬਦ, ਸਪਰਸ਼, ਰੂਪ, ਰਸ ਤਥਾ ਗੰਧ, ਇਹ ਇਹਨਾਂ ਦੇ ਪੰਜ ਗੁਣ ਹਨ। ਨਭ ਕਾਨ ਪੌਨ ਤੁਚਾ ਪਾਵਕ ਕੀ ਨੈਣ ਜਾਨ। ਹੁਣ ਸਾਧ ਸੰਗਤ ਜੀਓ ਜਿਹੜਾ ਆਕਾਸ਼ ਦਾ ਤੱਤ ਹੈ, ਨਭ ਦਾ ਤੱਤ ਹੈ, ਉਹ ਨਭ ਦਾ ਤੱਤ ਹੈ ਜਿਹੜਾ ਨਾਲ ਆਕਾਸ਼ ਦਾ ਤੱਤ ਸ਼ਬਦ ਹੋਇਆ। ਨਭ ਕਾਣ ਪੌਣ ਤੁਚਾ, ਪੌਣ ਦਾ ਤੱਤ ਉਹ ਹੈ ਸਪਰਸ਼, ਤੇ ਜਿਹੜਾ ਉਹ ਨਾਲ ਚਮੜੀ, ਪੌਣ ਤੁਚਾ ਪਾਵਕ ਕੀ, ਅੱਗ ਦਾ ਜਿਹੜਾ ਤੱਤ ਹੈ ਉਹ ਸਾਧ ਸੰਗਤ ਜੀਓ ਜੋਤ, ਅੱਖਾਂ ਦੀ ਜੋਤ। ਜੀਹੀ ਪਾਨੀ ਕ੍ਰਾਨ ਚਿਤ ਪੰਚੇ ਇੰਦਰੀ ਗਿਆਨ ਸੋ। ਔਰ ਜੀਵ ਦਾ ਪਾਣੀ ਰਸ, ਪਾਣੀ ਕ੍ਰਿਤ ਚਿਤ, ਪੰਚੋ ਇੰਦਰੀ ਗਿਆਨ ਸੋ, ਭਾਵ ਜਿਹੜੇ ਨਾਲ ਫਿਰ ਇਹਨਾਂ ਇੰਦਰੀਆਂ ਦੇ ਭਾਵ ਜਿੱਥੋਂ ਇਹਨਾਂ ਦਾ ਫਿਰ ਗਿਆਨ ਪੈਦਾ ਹੁੰਦਾ ਹੈ। ਹਵਾ ਵਗਦੀ ਹੋਵੇ, ਵਾਯੂ ਤੱਤ, ਵਾਯੂ ਤੱਤ ਦਾ ਪਤਾ ਜਦੋਂ ਸਰੀਰ ਨੂੰ ਹਵਾ ਸਪਰਸ਼ ਕਰੇਗੀ ਉਦੋਂ ਵਾਯੂ ਤੱਤ ਦਾ ਪਤਾ ਲੱਗ ਜਾਏਗਾ। ਔਰ ਇਸੇ ਤਰ੍ਹਾਂ ਜੋ ਆਕਾਸ਼ ਦਾ ਹੈ ਉਹ ਹੈ ਸ਼ਬਦ, ਜਦੋਂ ਕੰਨਾਂ ਅੰਦਰ ਬੋਲ ਪੈਣਗੇ। ਜੀਵ ਦਾ ਜੋ ਹੈ ਉਹ ਪਾਣੀ ਦਾ ਹੈ, ਉਹ ਹੈ ਰਸ, ਉਹ ਹੈ ਜੀਵ। ਇੰਦਰੀਆਂ ਦੇ ਵਿੱਚੋਂ ਮਹਾਰਾਜ ਜੀ ਇਸ ਪ੍ਰਕਾਰ ਨਾਲ ਖੋਲਦੇ ਹਨ। ਇੱਕ ਇੱਕ ਤਤ ਤਾਂ ਕੀ ਪੰਜ ਹੈ ਪ੍ਰਕਿਰਤੀ ਪਾਈ। ਹੁਣ ਭਾਈ ਇੱਕ ਇੱਕ ਤਤ ਦੀਆਂ ਪੰਜ ਪੰਜ ਮਹਾਰਾਜ ਕਹਿੰਦੇ ਭਾਈ ਪ੍ਰਕਿਰਤੀਆਂ ਹਨ। ਇੱਕ ਇੱਕ ਤਤ ਦੀਆਂ
ਪੰਜ ਪੰਜ ਪ੍ਰਕਿਰਤੀਆਂ ਭਾਈ ਉਹ ਤੁਸੀਂ ਸੁਣੋ। ਲੋਭ ਮੋਹ ਅਹੰ ਦੁਖ ਪ੍ਰੀਤ ਨਭ ਜਾਣੀਏ। ਲੋਭ ਮੋਹ ਇਹ ਜਿਹੜੀਆਂ ਹਨ ਇਹ ਆਕਾਸ਼ ਦੀਆਂ ਹਨ। ਪੰਜ ਲੋਭ ਮੋਹ ਦੁਖ ਸੁਖ ਪ੍ਰੀਤ ਇਹ ਪ੍ਰਕਿਰਤੀ ਜੋ ਹੈ ਮਹਾਰਾਜ ਕਹਿੰਦੇ ਭਾਈ ਇਹ ਪ੍ਰਕਿਰਤੀ ਹੈ ਨਭ ਆਕਾਸ਼ ਦੀ। ਬਲ ਕੋ ਕਰਨ ਆਰ ਧਾਵਨ ਪਸਾਰਨ। ਬਲ ਦਾ ਕਰਨਾ ਦੌੜਨਾ ਭੱਜਣਾ ਸਰੀਰ ਦਾ ਵਧਣਾ ਜਿਹੜੀਆਂ ਇਹ ਪੰਜ ਪ੍ਰਕਿਰਤੀਆਂ ਹਨ ਇਹ ਹਨ ਵਾਯੂ ਦੀਆਂ। ਇਹ ਵਾਯੂ ਦੀਆਂ ਪ੍ਰਕਿਰਤੀਆਂ ਹਨ। ਸੰਕੋਚ ਦੇਹ ਬਦੇ ਸੋ ਸਮੀਰ ਪਹਿਚਾਨੀਐ। ਔਰ ਸੰਕੋਚਨਾ ਦੇਹ ਦਾ ਵਧਣਾ ਇਹ ਵਾਯੂ ਦੀਆਂ ਪ੍ਰਕਿਰਤੀਆਂ ਹਨ। ਨੀਂਦ ਉਹ ਜੰਬਾਈ ਭੁੱਖ ਆਲਸ ਪਿਆਸ ਹੋਏ। ਨੀਂਦ ਭੁੱਖ ਤ੍ਰੇ ਪਿਆਸ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਭਾਈ ਜਿਹੜੀਆਂ ਇਹ ਪੰਜ ਪ੍ਰਕਿਰਤੀਆਂ ਹਨ ਇਹ ਹਨ ਅਗਨ ਰੂਪੀ ਤੱਤ ਦੀਆਂ। ਅਗਾਂ ਪੰਜ ਪ੍ਰਕਿਰਤੀਆਂ ਹਨ। ਭੁੱਖ ਦਾ ਲੱਗਣਾ ਤ੍ਰੇ ਦਾ ਲੱਗਣਾ ਔਰ ਇਸ ਪ੍ਰਕਾਰ ਦੇ ਨਾਲ ਜੰਭਾਈ ਭੂਖ ਅਲਾਸ ਪਿਆਸ ਇਹ ਅਗਨ ਦੀਆਂ ਪੰਜ ਪ੍ਰਕਿਰਤੀਆਂ ਹਨ। ਅਗਨ ਕੇ ਤਤ ਪ੍ਰਕਿਰਤੀ ਇਹ ਪਰਮਾਨੀਏ। ਇਹ ਭਾਈ ਅਗਨ ਰੂਪੀ ਤੱਤ ਦੀਆਂ ਪੰਜ ਪ੍ਰਕਿਰਤੀਆਂ ਹਨ। ਰਕਤ ਪਸੀਨਾ ਪਿਤ ਕਫ ਬ੍ਰਿੰਦ ਨੀਰ ਹੂੰ ਕੀ। ਔਰ ਪਸੀਨਾ ਲਹੂ ਪਿੱਤ ਕਫ ਨੀਰ ਜਿਹੜੀਆਂ ਇਹ ਹਨ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਇਹ ਜਿਹੜੀਆਂ ਹਨ ਇਹ ਪਾਣੀ ਰੂਪੀ ਤੱਤ ਦੀਆਂ ਅਗਾਂ ਇਹ ਪੰਜ ਪ੍ਰਕਿਰਤੀਆਂ ਹਨ। ਲਹੂ ਹੋਇਆ ਇਹਦੇ ਵਿੱਚੋਂ ਪਸੀਨਾ ਹੋਇਆ ਵੀਰਜ ਹੋਇਆ ਪਿੱਤ ਹੋਇਆ ਭਾਈ ਜਿਹੜੀਆਂ ਇਹ ਹਨ ਇਹ ਪੰਜ ਪ੍ਰਕਿਰਤੀਆਂ ਜੋ ਪਾਣੀ ਰੂਪੀ ਤੱਤ ਹੈ ਨੀਰ ਦਾ ਹੈ ਇਹ ਉਹਦੀਆਂ ਪੰਜ ਪ੍ਰਕਿਰਤੀਆਂ ਹਨ। ਚਾਮ ਹਾਡ ਮਾਸ ਨਾੜੀ ਰੋਮ ਚਿੱਤ ਭਾਨੀਏ। ਹੁਣ ਇਹਦੇ ਵਿੱਚੋਂ ਚੰਮ ਹੱਡੀ ਸਰੀਰ ਦੇ ਰੋਮ ਇਹ ਜਿਹੜੀਆਂ ਅਗਾਂ ਪੰਜ ਪ੍ਰਕਿਰਤੀਆਂ ਹਨ ਇਹ ਹਨ ਪ੍ਰਿਥਵੀ ਰੂਪੀ ਤੱਤ ਦੀਆਂ। ਇਹ ਮਿੱਟੀ ਰੂਪੀ ਤੱਤ ਦੀਆਂ ਇਹ ਪੰਜ ਪ੍ਰਕਿਰਤੀਆਂ ਹਨ। ਦੋਹਰਾ ਪੰਚ ਤਤ ਕੇ ਕੋਟ ਮੈਂ 25 ਹੈ ਪ੍ਰਕਿਰਤ। ਇਸ ਪੰਜ ਤੱਤਾਂ ਦੇ ਕਿਲੇ ਦੇ ਅੰਦਰ 25 ਪ੍ਰਕਿਰਤੀਆਂ ਹਨ। ਜਿਵੇਂ ਬਾਬਾ ਕਬੀਰ ਸਾਹਿਬ ਜੀਆਂ ਦਾ ਸ਼ਬਦ ਪਹਿਲਾਂ ਦਾਸ ਨੇ ਬੇਨਤੀ ਕੀਤੀ ਕਿਉਂ ਲੀਜੈ ਗੜ ਬੰਕਾ ਭਾਈ। ਗੜ ਬੰਕਾ ਸਰੀਰ ਰੂਪੀ ਕਿਲਾ ਕਿਵੇਂ ਜਿੱਤੀਏ ਜੀ। ਦੋਵਰ ਕੋਟ ਅਰ ਤੇਵਰ ਖਾਈ ਜਿਸ ਕਿਲੇ ਦੀ ਰਾਖੀ ਵਾਸਤੇ ਦੂਰੀ ਤਾਂ ਬਾਹਰਲੇ ਪਾਸੇ ਖੁਦਾਈ ਕੀਤੀ ਹੋਈ ਹੈ ਟੋਇਆ ਪੁੱਟਿਆ ਹੋਇਆ ਹੈ ਜਿਵੇਂ ਕਿਲੇ ਦੀ ਰਾਖੀ ਕਰਨ ਵਾਸਤੇ। ਦੋਵਰ ਕੋਟ ਅਰ ਤੇਵਰ ਖਾਈ ਦੂਰੀ ਫਸੀਲ ਹੈ ਤੀਰੀ ਵੱਖ-ਵੱਖ ਤਰ੍ਹਾਂ ਦੇ ਨਾਲ ਆਲੇ ਦੁਆਲੇ ਪਾਸੇ ਕਿਲੇ ਦੇ ਖਾਈ ਪੁੱਟ ਕੇ ਉਹਦੇ ਵਿੱਚ ਪਾਣੀ ਭਰਿਆ ਹੋਇਆ ਹੈ। ਕਿਵੇਂ ਇਸ ਕਿਲੇ ਨੂੰ ਜਿੱਤੀਏ ਮਨੂਏ ਨੂੰ ਕਿਵੇਂ ਜਿੱਤੀਏ। ਕਿਤੇ ਮਨੂਏ ਨੂੰ ਸਾਧਣ ਦੀ ਜਿਹੜੀ ਜ਼ਿਕਰ ਬਾਬਾ ਕਬੀਰ ਸਾਹਿਬ ਜੀ ਨੇ ਕੀਤਾ ਨਾ ਸ਼ਬਦ ਵਿੱਚ ਭਾਈ ਕਿਵੇਂ ਇਸ ਮਨੂਏ ਨੂੰ ਜਿੱਤੀਏ ਉਹਦਾ ਜ਼ਿਕਰ ਪਏ ਕਰਦੇ ਹਨ। 5 25 ਮੋਹ ਮਦ ਮਤਸਰ ਆਡੀ ਪਰਬਲ ਮਾਇਆ। ਜਿਹਦੇ ਕੋਲ ਕਹਿੰਦੇ ਮਨ ਦੇ ਕੋਲ ਕਿਤੇ ਥੋੜੀ ਫੌਜ ਹੈ ਮਨ ਦੇ ਕੋਲ ਤਾਂ ਫੌਜ ਹੀ ਬਹੁਤ ਹੈ। ਉਹਦੇ ਕੋਲ ਮੋਹ ਹੈ ਉਹਦੇ ਕੋਲ ਮਤਸਰ ਈਰਖਾ ਹੈ ਉਹਦੇ ਕੋਲ ਜਿਹੜੀਆਂ ਲੰਮੀ ਫੌਜ ਦੀ ਇੱਕ ਕਤਾਰ ਉਹਦੇ ਕੋਲ ਵਕਾਰ ਉਹਦੇ ਕੋਲ ਨੇ ਤ੍ਰਿਸ਼ਨਾ ਉਹਦੇ ਕੋਲ ਹੈ। ਬਾਬਾ ਕਬੀਰ ਸਾਹਿਬ ਜੀ ਜ਼ਿਕਰ ਪਏ ਕਰਦੇ ਹਨ 5 25 ਮੋਹ ਮਦ ਮਤਸਰ ਆਡੀ ਪਰਬਲ ਮਾਇਆ ਜਨ ਗਰੀਬ ਕੋ ਜੋਰ ਨਾ ਪਹੁੰਚੈ ਕਹਾਂ ਕਰੂੰ ਰਘੁਰਾਇਆ। ਕਹਿੰਦੇ ਮਹਾਰਾਜ ਮੇਰਾ ਗਰੀਬ ਦਾ ਉਹਨਾਂ ਉੱਪਰ ਜ਼ੋਰ ਨਹੀਂ ਕੋਈ ਚੱਲਦਾ। ਜਨ ਗਰੀਬ ਕੋ ਜੋਰ ਨਾ ਪਹੁੰਚੈ ਕਹਾਂ ਕਰੂ ਰਘੁਰਾਇਆ। ਕਾਮ ਕਿਵਾਰੀ ਦੁੱਖ ਸੁਖ ਦਰਵਾਨੀ। ਕਾਮ ਤਾਂ ਜੋ ਪਹਿਰੇਦਾਰ ਜਿਹੜਾ ਹੁਕਮ ਕਰਦਾ ਹੈ ਦਰਵਾਜ਼ਾ ਖੋਲਣ ਦਾ ਦਰਵਾਜ਼ਾ ਬੰਦ ਕਰਨ ਦਾ। ਦੁੱਖ ਸੁਖ ਦਰਵਾਨੀ ਦੁੱਖ ਸੁਖ ਦਰਵਾਜ਼ਾ ਖੋਲਣ ਵਾਲੇ ਕੋਲ ਖਲੋਤੇ ਹਨ। ਪਾਪ ਪੁੰਨ ਦਰਵਾਜ਼ਾ ਪਾਪ ਪੁੰਨ ਦਾ ਜਿਹੜਾ ਮਨੂਆ ਹੈ ਉਹ ਦਰਵਾਜ਼ਾ ਲਾਈ ਬੈਠਾ ਹੈ। ਇੰਨਾ ਤਕੜਾ ਦਰਵਾਜ਼ਾ ਜਿਹੜਾ ਕਿਸੇ ਵੀ ਤਰੀਕੇ ਦੇ ਨਾਲ ਖੁੱਲਦਾ ਨਹੀਂ।
ਕ੍ਰੋਧ ਪ੍ਰਧਾਨ ਮਹਾ ਬੜਦੁੰਦਰ ਤੈ ਮਨ ਮਵਾਸੀ ਰਾਜਾ। ਨਾਲ ਉਹਨੇ ਕ੍ਰੋਧ ਨੂੰ ਆਪਣੇ ਨਾਲ, ਉਹਦੀ ਫੌਜ ਦੇ ਅੰਦਰ ਜਿਹੜਾ ਸੈਨਾਪਤੀ ਹੈ ਉਹ ਕ੍ਰੋਧ ਹੈ। ਤੈ ਮਨ ਮਵਾਸੀ ਰਾਜਾ। ਤੇ ਬਾਬਾ ਕਬੀਰ ਸਾਹਿਬ ਜੀ ਫਿਰ ਬਚਨ ਕਰਦੇ ਹਨ, ਕਿਵੇਂ ਜਿੱਤੀਏ? ਕਹਿੰਦੇ ਗੁਰਾਂ ਦੇ ਪਾਸੋਂ ਮੈਨੂੰ ਸੋਝੀ ਮਿਲੀ, ਅਜਿਹੀ ਫੌਜ ਨੂੰ ਜਿੱਤਣ ਵਾਸਤੇ ਸਤ ਸੰਗਤ ਰੂਪੀ ਫੌਜ ਨੂੰ ਮੈਂ ਨਾਲ ਲਿਆ, ਤੇ ਅਜਿਹੇ ਮੈਂ ਜੋ ਕਠਨ ਮਨੁਆ ਸੀ, ਕਹਿੰਦੇ ਮੈਂ ਉਹਨੂੰ ਇਸ ਪ੍ਰਕਾਰ ਦੇ ਨਾਲ ਮਨੁਏ ਨੂੰ ਮੈਂ ਜਿੱਤ ਲਿਆ। ਬਾਬਾ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਫਿਰ ਉੱਥੇ ਪੰਜ ਤੱਤ ਤੇ ਉਹਨਾਂ ਦੀਆਂ ਸਾਧ ਸੰਗਤ ਜੀਓ ਜੋ ਪੰਜੀ ਪ੍ਰਕਿਰਤੀਆਂ ਸਨ ਉਹਦਾ ਜ਼ਿਕਰ ਕੀਤਾ। ਜਿਉ ਬਸੇਰਾ ਤੈਂ ਕੀਓ, ਸੁਣ ਲੋਹਰੀ ਪਾ ਮਿੱਤ। ਮਹਾਰਾਜ ਕਹਿੰਦੇ ਹੇ ਲੋਹਾ ਰੀਪਾ ਮਿੱਤਰ, ਸੁਣ ਪੰਜ ਤੱਤਾਂ ਦਾ ਕਿਲਾ ਜਿਹਦੇ ਅੰਦਰ ਨਾਲ 25 ਪ੍ਰਕਿਰਤੀਆਂ, ਉਹਦੇ ਅੰਦਰ ਇਸ ਜਿੰਦ ਨੇ ਵਾਸਾ ਕੀਤਾ ਹੋਇਆ ਹੈ। ਜਿੰਦ ਜੀ ਉਥੇ ਵਸ ਰਿਹਾ ਹੈ। ਸਵਈਆ ਸ਼੍ਰੋਨ ਸੋਨੇ ਗੁਣ ਐਨ ਕੇ ਬੈਨ, ਪਈ ਮਨ ਚੈਨ ਪਛਾਨੇ ਸੋ ਜਾਨਾ। ਹੁਣ ਸੁਣਦਿਆਂ ਸਾਰ ਪਾਤਸ਼ਾਹ ਜੀਆਂ ਦੇ ਕੋਲੋਂ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਕੋਲੋਂ ਬਚਨ ਸੁਣ ਕੇ ਜੋ ਲੋਹਾ ਰੀਪਾ ਸੀ ਮਹਾਰਾਜ ਜੀਆਂ ਦੇ ਚਰਨੀ ਢਹਿ ਪਿਆ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹਨੂੰ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ, ਸ਼ਬਦ ਜਿੱਤੀ ਸਿੱਧ ਮੰਡਲੀ, ਕਿਤੋਸ ਆਪਣਾ ਪੰਥ ਨਿਰਾਲਾ। ਮਹਾਰਾਜ ਜੀਆਂ ਦੇ ਬਾਬਤ ਜਾਣ ਗਿਆ ਕਿ ਇਹਨਾਂ ਨੂੰ ਅਸੀਂ ਆਮ ਸਮਝ ਰਹੇ ਹਾਂ, ਪਰ ਇਹ ਆਮ ਨਹੀਂ, ਇਹ ਤਾਂ ਗੁਣਾਂ ਦੇ ਖਜ਼ਾਨੇ ਹਨ। ਹੈ ਅਵਤਾਰ ਸਹੀ ਕਰਤਾਰ, ਨਿਹਾਰਨ ਕੋ ਜਗ ਕੋ ਨਾ ਸਮਾਨਾ। ਇਹ ਤਾਂ ਸੰਸਾਰ ਦੇ ਉੱਪਰ ਆਪ ਕਰਤਾਰ ਨੇ ਅਵਤਾਰ ਲਿਆ ਹੈ, ਇਹਨਾਂ ਵੱਤ ਕੋਈ ਹੋਰ ਦੂਸਰਾ ਜਗਤ ਵਿੱਚ ਨਹੀਂ ਹੈ। ਹੋਏ ਆਧੀਨ ਬਿਨੈ ਕਰ ਕੈ, ਸਿਰ ਨਾਇਕ ਦੋਨੋਂ ਬੰਦਤ ਪਾਨਾ। ਬੜਾ ਅਧੀਨਤਾ ਦੇ ਨਾਲ, ਬੜੇ ਪ੍ਰੇਮ ਦੇ ਨਾਲ ਪਹਿਲਾਂ ਆਇਆ ਸੀ ਉੱਚਾ ਬੋਲਦਾ, ਅਹੰਕਾਰ ਵਤ ਆਇਆ ਸੀ ਲੋਹਾ ਰੀਪਾ ਪਾਤਸ਼ਾਹ ਜੀ ਦੇ ਕੋਲ। ਪਰ ਜਦੋਂ ਹੁਣ ਰਵਾਨਗੀ ਲਈ ਹੱਥ ਜੋੜ ਕੇ ਮਹਾਰਾਜ ਜੀਆਂ ਦੇ ਚਰਨਾਂ ਤੇ ਸੀਸ ਰੱਖ ਦਿੱਤਾ। ਕਿਸ ਨੇ? ਲੋਹਾ ਰੀਪਾ ਨੇ ਮਹਾਰਾਜ ਜੀਆਂ ਦੇ ਚਰਨੀ ਸੀਸ ਰੱਖਿਆ ਹੈ। ਆਦਰ ਕੀਨ ਬੇਸਾਲ ਗੁਰੂ, ਉਚਰਿਓ ਤੁਮ ਉਹ ਸਿੱਧ ਜੋਗ ਕੇ ਖਾਨਾ। ਮਹਾਰਾਜ ਜੀਆਂ ਨੇ ਵੀ ਭਾਈ ਫਿਰ ਲੋਹਾ ਰੀਪਾ ਦਾ ਆਦਰ ਕੀਤਾ। ਮਹਾਰਾਜ ਜੀਆਂ ਨੇ ਥਾਪੜਾ ਦਿੱਤਾ, ਇਸ ਲੋਹਾ ਰੀਪਾ ਨੂੰ ਭਾਈ ਤੂੰ ਇਹਨਾਂ ਸਿੱਧਾਂ ਦੇ ਵਿੱਚੋਂ ਉੱਤਮ ਹੈ, ਤੂੰ ਗੁਣਾਂ ਦੀ ਖਾਣ ਹੈ। ਬਾਲੇ ਕੇ ਪੰਕਜ ਆਨਨ ਤੇ, ਇਤਿਹਾਸ ਬਨਿਓ ਮਕਰੰਦ ਸੁਹਾਇਓ। ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰੇਮ ਸਹਿਤ ਭਾਈ ਬਾਲਾ ਜੀ ਤੋਂ ਇਤਿਹਾਸ ਸਰਵਣ ਕਰ ਰਹੇ ਹਨ। ਉਹਨਾਂ ਦੇ ਸੁਣਾਉਣ ਦਾ ਢੰਗ ਬੜੇ ਪ੍ਰੇਮ ਦੇ ਨਾਲ, ਉਹਨਾਂ ਦੇ ਕਮਲਵਤ ਮੁਖੜੇ ਤੋਂ ਇੱਕ ਤਾਂ ਇਤਿਹਾਸ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਸੁਣਾਉਣ ਵਾਲੇ ਪ੍ਰੇਮ ਦੇ ਨਾਲ ਸੁਣਾ ਰਹੇ ਨੇ। ਸਰੋਤਾ ਜਨ ਬੜੇ ਪ੍ਰੇਮ ਦੇ ਨਾਲ ਬੈਠ ਕਰਕੇ ਸਰਵਣ ਕਰ ਰਹੇ ਹਨ। ਕਹਿੰਦੇ ਇਤਿਹਾਸ ਸੁਣਾਉਣ ਦਾ ਉਹਨਾਂ ਦਾ ਢੰਗ ਬੜਾ ਮਕਰੰਦ, ਬੜਾ ਸੁੰਦਰ, ਮਨ ਨੂੰ ਲੁਭਾਉਣਾ ਹੋਇਆ। ਸ਼੍ਰੀ ਗੁਰੂ ਅੰਗਦ ਜੀ ਸੁਨ ਕੈ, ਮਨ ਭੋਰ ਪਇਓ ਬਹੁਤੋ ਹੁਲਸਾਇਓ। ਪਾਤਸ਼ਾਹ ਜੀ ਇਹ ਪਾਵਨ ਪਵਿੱਤਰ ਇਤਿਹਾਸ ਨੂੰ ਸਰਵਣ ਕਰਕੇ, ਸੁਣ ਕਰਕੇ ਜਿਹੜਾ ਮਨ ਰੂਪੀ ਭੌਰ ਬੜਾ ਹੀ ਹੁਲਸਾਇਆ, ਆਨੰਦਿਤ ਹੋਇਆ ਹੈ। ਪ੍ਰੇਮ ਕੋ ਪੂਰ ਪ੍ਰਕਾਸ਼ ਕੀਓ, ਗੁਰੂ ਨਾਨਕ ਰੂਪ ਕੋ ਧਿਆਨ ਲਗਾਇਓ। ਪ੍ਰੇਮ ਦੇ ਸਹਿਤ ਇਤਿਹਾਸ ਨੂੰ ਸਰਵਣ ਕਰਕੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਧਿਆਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਓ ਕੇ ਚਰਨਾਂ ਸੰਗ ਜੁੜ ਗਿਆ ਹੈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਇਤਿਹਾਸ ਨੂੰ ਸਰਵਣ ਕਰਦਿਆਂ ਕਰਦਿਆਂ ਮਹਾਰਾਜ ਜੀਓ ਕੇ ਮੁਬਾਰਕ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਚਰਨ ਕਮਲਾਂ ਦਾ ਧਿਆਨ ਧਰਦਿਆਂ ਪਾਤਸ਼ਾਹ ਜੀਆਂ ਦੇ ਚਰਨਾਂ ਸੰਗ ਮਹਾਰਾਜ ਜੀਆਂ ਦਾ ਅੰਦਰ ਜੁੜ ਗਿਆ ਹੈ। ਹੋਏ ਵਿਦੇਹ ਗਾਏ ਤਹਿ ਕਾਲ,
ਭਲੇ 10 ਦਵਾਰ ਮੈਂ ਸਵਾਸ ਟਿਕਾਇਓ। ਪਾਤਸ਼ਾਹ ਜੀ ਬਦੇਹੀ ਸਹਿਤ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਗਏ 10 ਦਵਾਰ ਮੈਂ ਸਾਸ ਟਿਕਾਇਓ। ਸਤਿਗੁਰੂ ਜੀਆਂ ਨੇ 10ਵੇਂ ਦਵਾਰ ਵਿੱਚ ਮਹਾਰਾਜ ਜੀਆਂ ਨੇ ਆਪਣੇ ਸਵਾਸ ਟਿਕਾ ਲਏ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਇਸੇ ਪ੍ਰਕਾਰ ਬੈਠੇ ਹਨ। ਸ਼ਰੋਤਾ ਗਾਏ ਉਠ ਆਪਨੇ ਧਾਮਨ ਰਹਿਨ ਬੀਤੀ ਇੱਕ ਦਿਵਸ ਬਿਤਾਇਓ। ਜਿਹੜੇ ਹੋਰ ਸਨ ਸੰਗਤਾਂ ਜਦੋਂ ਮਹਾਰਾਜ ਜੀ ਇਸ ਪ੍ਰਕਾਰ ਬੈਠੀਆਂ ਹਨ, ਸਰੋਤਾ ਜਿਹੜੇ ਇਤਿਹਾਸ ਸਰਵਣ ਕਰ ਰਹੇ ਸਨ ਭਾਈ ਬਾਲਾ ਜੀ ਤੋਂ, ਸਰੋਤਾ ਉੱਠ ਕੇ ਸਰਵਣ ਕਰਨ ਵਾਲੇ ਉੱਠ ਕੇ ਆਪੋ ਆਪਣੇ ਘਰਾਂ ਨੂੰ ਕੰਮਾਂ ਕਾਰਾਂ ਨੂੰ ਚਲੇ ਗਏ, ਘਰਾਂ ਨੂੰ ਚਲੇ ਗਏ। ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਇਸ ਪ੍ਰਕਾਰ ਬੈਠੇ ਹੋਏ ਹਨ। ਬੈਠਿਆਂ ਬੈਠਿਆਂ ਰਾਤ ਵੀ ਬਤੀਤ ਹੋ ਗਈ। ਸਾਧ ਸੰਗਤ ਜੀਓ ਅਗਲਾ ਦਿਨ ਵੀ ਚੜਿਆ, ਉਹ ਵੀ ਬਤੀਤ ਹੋ ਗਿਆ। ਫੇਰ ਨਿਸਾ ਪਾਈ ਦਿਵਸ ਚਰਿਓ ਛੁਟਕਿਓ ਨੇ ਧਿਆਨ ਆਖੰਡ ਲਗਾਇਓ। ਫੇਰ ਸਾਧ ਸੰਗਤ ਜੀਓ ਸਾਰਾ ਦਿਨ ਜਿਸ ਵਕਤ ਲੰਘ ਗਿਆ, ਰਾਤਰੀ ਪਈ, ਫਿਰ ਅਗਲਾ ਦਿਨ ਉਸੇ ਤਰ੍ਹਾਂ ਉਦੇ ਸੂਰਜ ਚੜਿਆ, ਪਰੰਤੂ ਮਹਾਰਾਜ ਜੀਆਂ ਦਾ ਧਿਆਨ ਅਜੇ ਵੀ ਉਸੇ ਤਰ੍ਹਾਂ ਜੁੜਿਆ ਹੋਇਆ ਹੈ। ਖਾਨ ਨਾ ਪਾਨ ਨਾ ਨਾਵਨ ਕੀਓ ਨਰ ਆਪਸ ਮੈਂ ਮਿਲ ਬੈਨੀ ਆਲਾਇਓ। ਨਾ ਪਾਤਸ਼ਾਹ ਜੀਆਂ ਨੇ ਹੁਣ ਉਹਨੇ ਦਿਨਾਂ ਤੋਂ ਕੁਝ ਛਕਿਆ ਹੈ, ਨਾ ਖਾਧਾ ਹੈ, ਨਾ ਪੀਤਾ ਹੈ, ਨਾ ਸਤਿਗੁਰੂ ਜੀ ਆਪਣੇ ਆਸਣ ਤੋਂ ਉੱਠੇ ਹਨ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੀ ਸਾਧ ਸੰਗਤ ਜੀਓ ਇਹ ਅਵਸਥਾ ਵੇਖ ਕਰਕੇ ਜਿਹੜੇ ਨਜ਼ਦੀਕ ਦੇ ਸਿੱਖ ਨੇ ਆਪਸ ਵਿੱਚ ਬੈਠ ਕੇ ਬਚਨ ਕਰਦੇ ਹਨ, ਬੈਨ ਲਾਉਂਦੇ ਹਨ। ਸ਼੍ਰੀ ਗੁਰੂ ਅੰਗਦ ਜੀ ਤਜ ਦੇਹ ਗਇਓ ਕਰ ਤਾਰ ਕੇ ਮਦ ਸਮਾਇਓ। ਹੁਣ ਵੇਖੋ ਕਿਤਨਾ ਸਮਾਂ ਬਤੀਤ ਹੋ ਗਿਆ ਹੈ, ਸਤਿਗੁਰੂ ਜੀ ਆਸਣ ਤੋਂ ਉੱਠ ਨਹੀਂ ਰਹੇ। ਸਾਧ ਸੰਗਤ ਜੀਓ ਕਿਸੇ ਦੇ ਕੋਲ ਕੋਈ ਵੀ ਮਹਾਰਾਜ ਜੀਆਂ ਦੇ ਕੋਲ ਜਾ ਕੇ ਠਾਉਣ ਦੀ ਹਿੰਮਤ ਨਾ ਪਵੇ। ਪਾਤਸ਼ਾਹ ਜੀ ਵੇਖ ਰਹੇ ਹਨ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਅਜੇ ਬੈਠੇ ਹੋਏ ਹਨ। ਕਿਤੇ ਮਨ ਵਿੱਚ ਸੋਚਣ ਲੱਗੇ ਸਤਿਗੁਰੂ ਜੀ ਕੋਈ ਕਲਾ ਤਾਂ ਨਹੀਂ ਵਰਤਾ ਗਏ, ਮਹਾਰਾਜ ਜੀ ਕੋਈ ਖੇਡ ਤਾਂ ਨਹੀਂ ਵਰਤਾ ਗਏ ਕਿ ਸਤਿਗੁਰੂ ਜੀ ਉਸ ਕਰਤਾਰ ਦੇ ਚਰਨਾਂ ਦੇ ਅੰਦਰ ਜਾ ਸਮਾਏ ਹੋਣ। ਪੈਕਾਰ ਕੋ ਨਾ ਬੁਲਾਏ ਸਕੇ ਟਿਗ ਬੈਠ ਰਹੇ ਨਾਰ ਜੋ ਤੈਂ ਜਾਈ। ਡਰ ਕਰਕੇ ਪਾਤਸ਼ਾਹ ਜੀ ਨੂੰ ਬੁਲਾਤਾ ਕੋਈ ਨਹੀਂ ਰਿਹਾ, ਢਿੱਗ ਬੈਠ ਰਹੇ। ਉੱਥੇ ਜਾ ਕੇ ਜਿਹੜਾ ਵੀ ਜਾਂਦਾ ਹੈ ਸਾਧ ਸੰਗਤ ਜੀਓ ਨਮਸਕਾਰ ਕਰਕੇ ਉੱਥੇ ਹੀ ਬੈਠ ਜਾਂਦਾ ਹੈ। ਸਾਤ ਨੇਸਾ ਪੁਨ ਸਾਤ ਹੀ ਬਾਸੁਰ ਬੀਤ ਗਏ ਤਨ ਸੋਜੀ ਨਾ ਆਈ। ਪਾਤਸ਼ਾਹ ਜੀ ਇਤਿਹਾਸ ਕਵੀ ਜੀ ਲਿਖਦੇ ਹਨ, ਕਹਿੰਦੇ 7 ਰਾਤਾਂ ਤੇ 7 ਦਿਨ ਪਾਤਸ਼ਾਹ ਇਸੇ ਤਰ੍ਹਾਂ ਬੈਠੇ ਰਹੇ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। 7 ਰਾਤਾਂ ਤਥਾ 7 ਦਿਨ ਮਹਾਰਾਜ ਜੀ ਇੱਕੋ ਰਸ ਉਸੇ ਤਰ੍ਹਾਂ ਇੱਕੋ ਆਸਨ ਪਰ ਹੀ ਪਾਤਸ਼ਾਹ ਜੀ ਬੈਠੇ ਰਹੇ। ਲੋਚਨ ਕੀ ਪਲ ਕਾਂਸੋ ਜੋਟੇ ਇਕ ਆਸਨ ਬੈਠੇ ਆ ਢੋਲ ਸੁਹਾਈ। ਪਾਤਸ਼ਾਹ ਜੀਆਂ ਦੇ ਨੇਤਰਾਂ ਦੀਆਂ ਪਲਕਾਂ ਇਸੇ ਤਰ੍ਹਾਂ ਬੰਦ ਹਨ, ਜੁੜੀਆਂ ਹੋਈਆਂ ਹਨ, ਔਰ ਇੱਕੋ ਆਸਣ ਤੇ ਮਹਾਰਾਜ ਜੀ ਬੈਠੇ ਅਡੋਲ ਬੈਠੇ ਹਨ। ਪਾਤਸ਼ਾਹ ਜੀ ਹਿਲਜੁਲ ਪੀ ਨਹੀਂ ਰਹੇ। ਤਾਂ ਪਦ ਪੰਕਜ ਕੋ ਮਮ ਬੰਦਨ ਸੀਸ ਨਿਵਾਏ ਕਰੋ ਹਿਤ ਲਾਈ। ਕਵੀ ਜੀ ਇੱਥੇ ਅੰਕਿਤ ਕਰਦੇ ਹਨ, ਕਹਿੰਦੇ ਅਜਿਹੇ ਦੀਨ ਦਿਆਲ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ, ਮੈਂ ਤਿਨਾਂ ਦੇ ਮੁਬਾਰਕ ਚਰਨ ਕਮਲਾਂ ਪਾਸ ਆਪਣਾ ਸੀਸ ਹਿੱਤ ਲਾ ਕੇ ਪ੍ਰੇਮ ਸਹਿਤ ਮੈਂ ਨਮਸਕਾਰ ਕਰਦਾ ਹਾਂ। ਦੋਹਰਾ ਸ਼੍ਰੀ ਗੁਰ ਪਗ ਹੈ ਸ਼ਾਂਤ ਸਰ ਮਨ ਮ੍ਰਿਗ ਤਿਸੇ ਮਿਲਾਏ। ਸਤਿਗੁਰੂ ਜੀਆਂ ਦੇ ਪਾਵਨ ਪਵਿੱਤਰ ਮੁਬਾਰਕ ਚਰਨ ਉਹ ਸ਼ਾਂਤ ਸਰੋਵਰ ਵਤ ਹਨ। ਮੈਂ ਆਪਣੇ ਮਨ ਰੂਪੀ ਮਿਰਗ ਨੂੰ ਅਸਥਾਈ ਮਿਲਾਉਂਦਾ ਹਾਂ। ਮਹਾਰਾਜ ਜੀਆਂ ਦੇ ਮੁਬਾਰਕ ਚਰਨ ਕਮਲਾਂ ਪਾਸ ਆਪਣੇ ਮਨ ਰੂਪੀ ਮਿਰਗ ਨੂੰ ਉੱਥੇ ਸ਼ਾਂਤ ਸਰੋਵਰ ਪਾਸ ਮਿਲਾਉਂਦਾ ਹਾਂ। ਕਹੂੰ ਕਥਾ ਬਰ ਪਾਵਨੀ
ਜਥਾ ਮੋਰ ਮਤ ਆਏ। ਔਰ ਮਾਲਕ ਜੀ ਦੇ ਚਰਨ ਕਮਲਾਂ ਪਾਸੇ ਬੇਨਤੀ ਕਰਦਾ ਹਾਂ ਕਿ ਮਾਲਕ ਜੀ ਇਹ ਮਤ ਮੇਰੇ ਹਿਰਦੇ ਅੰਦਰ ਆਪ ਪ੍ਰਵੇਸ਼ ਕਰਾ ਦਿਓ, ਸ੍ਰੇਸ਼ਟ ਮਤ, ਜਿਹਦੇ ਨਾਲ ਪਾਤਸ਼ਾਹ ਮੈਂ ਆਪ ਜੀਆਂ ਦੇ ਜੀਵਨ ਦੀ, ਆਪ ਜੀਆਂ ਕੇ ਘਰ ਦੀ ਕਥਾ ਬਿਆਨ ਕਰ ਸਕਾਂ। ਸਵਈਆ ਆਠਵੇਂ ਬਾਸੁਰ ਧਿਆਨ ਛੋਟਾ ਜਬ, ਦੇਹ ਬਿਕੇ ਤਬ ਹੀ ਸੋਧੇ ਆਈ। ਸਾਧ ਸੰਗਤ ਜੀਓ, ਪਾਤਸ਼ਾਹ ਜੀ ਇੱਥੇ ਬੈਠੇ ਹੋਏ ਹਨ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ। ਬੈਠਿਆ ਹੋਇਆ ਸਾਧ ਸੰਗਤ ਜੀਓ, ਅੱਜ 8ਵਾਂ ਦਿਨ ਆ ਗਿਆ। ਸਤਿਗੁਰੂ ਮਹਾਰਾਜ ਜੀਆਂ ਦਾ ਧਿਆਨ ਖੁੱਲਿਆ ਹੈ। ਜਿਸ ਵਕਤ ਦੇਹੀ ਵਿੱਚ ਸੋਝੀ ਆਈ, ਲੋਚਨ ਸੁੰਦਰ ਯੋਂ ਬਿਕਸੇ, ਅਰਬਿੰਦ ਪ੍ਰਫੁੱਲਿਤ ਜਿਉ ਛਬ ਛਾਈ। ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਨੇ ਬੜੇ ਪ੍ਰੇਮ ਦੇ ਸਹਿਤ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਨੇਤਰ ਖੋਲਦੇ ਹਨ। ਮੱਜਨ ਕੋ ਕਰ ਭੋਜਨ ਪਾਏ, ਆਸੀਨੇ ਆਸਨ ਪੈ ਸੁਖਦਾਈ। ਇਸ਼ਨਾਨ ਪਾਣ ਪ੍ਰਥਮ ਮਹਾਰਾਜ ਜੀ ਉੱਠ ਕੇ ਇਸ਼ਨਾਨ ਪਾਣ ਕੀਤਾ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਨੇ ਆਸਨਾਂ ਦੇ ਉੱਪਰ ਆਣ ਕੇ ਮਹਾਰਾਜ ਜੀ ਸੁਖ ਦੇਣ ਵਾਲੇ ਆਣ ਬੈਠੇ ਹਨ। ਦੇਹ ਸਜੇ ਤਨ ਸ਼ਾਂਤ ਤਰਾ, ਕਿ ਖਿਮਾ ਇਹ ਆਪਨੋ ਬੇਖ ਬਨਾਈ। ਮਹਾਰਾਜ ਸੱਚੇ ਪਾਤਸ਼ਾਹ ਜੀ ਆਣ ਕਰਕੇ ਬੈਠੇ ਹਨ, ਜਿਵੇਂ ਸ਼ਾਂਤ ਸੁਭਾਅ ਸ਼ਾਂਤੀ ਨੇ ਆਣ ਕਰਕੇ ਇਹ ਸਰੀਰ ਧਾਰਨ ਕਰ ਲਿਆ ਹੋਵੇ, ਜਾਂ ਫਿਰ ਇਹ ਖਿਮਾ ਨੇ ਆਪਣਾ ਸਰੀਰ ਧਾਰਨ ਕਰਕੇ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਆਸਨਾਂ ਦੇ ਉੱਪਰ ਬੈਠੇ ਹੋਏ ਬੜੇ ਹੀ ਸ਼ੋਭ ਰਹੇ ਹਨ। ਦੋਹਰਾ ਸ਼੍ਰੋਤਾ ਬਕਤਾ ਜੇ ਹੋਤੇ, ਲੀਨੇ ਸਰਬ ਹਕਾਰ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਨੇ ਇਸ਼ਨਾਨ ਪਾਣ ਕਰਕੇ ਸਰੀਰ ਦੇ ਅੰਦਰ ਥੋੜੀ, ਜਿਸ ਵਕਤ 8ਵੇਂ ਦਿਨ ਪਾਤਸ਼ਾਹ ਜੀ ਉੱਠ ਕਰਕੇ ਆਸਨਾਂ ਤੇ ਪਹੁੰਚੇ ਹਨ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਨੇ ਨਾ ਫੇਰ ਸਾਧ ਸੰਗਤ ਜੀਓ ਪ੍ਰੇਮ ਸਹਿਤ, ਜਿਹੜੇ ਕੋਈ ਸਰੋਤਾ ਜਨ ਹਨ ਉੱਥੇ ਸਰਵਣ ਕਰਨ ਵਾਲੀ ਸੰਗਤ, ਜੋ ਕੋਈ ਬਖਤਾ ਹੈ, ਸਾਰਿਆਂ ਨੂੰ ਪਾਤਸ਼ਾਹ ਜੀਆਂ ਨੇ ਆਵਾਜ਼ ਦਿੱਤੀ। ਬੋਲੇ ਸ਼੍ਰੀ ਅੰਗਦ ਗੁਰੂ, ਕਥਾ ਸੁਨਨ ਤਰ ਪਿਆਰ। ਫਿਰ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਕਥਾ ਸੁਣਨ ਵਾਸਤੇ ਬੜੇ ਪ੍ਰੇਮ ਸਹਿਤ ਮਹਾਰਾਜ ਜੀ ਬਚਨ ਕਰਦੇ ਹਨ। ਜਿਹੜੇ ਵੀ ਕੋਈ ਉੱਥੇ ਹਨ, ਭਾਈ ਆਓ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਓ ਕੇ ਮੁਬਾਰਕ ਜੀਵਨ ਦੀ ਆਓ, ਆਪਾਂ ਸਾਰੇ ਰਲ ਮਿਲ ਬੈਠ ਕੇ ਆਓ ਆਪਾਂ ਕਥਾ ਸਰਵਣ ਕਰੀਏ। ਆਵੋ ਭੈਣੇ ਗਲ ਮਿਲੈ, ਆਓ ਮਿਲ ਕਰਕੇ ਉਸ ਪਰਿਪੂਰਨ ਪਰਮਾਤਮਾ ਪ੍ਰੀਤਮ ਦੇ ਦੇਸ਼ ਦੀਆਂ ਬਾਤਾਂ, ਧੰਨ ਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਦੇ ਮੁਬਾਰਕ ਜੀਵਨ ਦੀ ਕਥਾ ਆਪਾਂ ਸਰਵਣ ਕਰੀਏ। ਕਬਿਤ ਐਸੇ ਗੁਰੂ ਪਾਖੀ ਬਾਲਾ, ਕਹੋ ਅਬ ਸਾਖੀ ਇਹ। ਸਤਿਗੁਰੂ ਜੀ ਬਚਨ ਕਰਦੇ ਹਨ, ਭਾਈ ਬਾਲਾ ਜੀ ਤੁਸੀਂ ਅੱਗੇ ਬਚਨ ਕਰੋ। ਹੋਈ ਹੈ ਹਦੂਰ ਤੇਰੇ ਸਭੇ ਸੋ ਕਹੀ ਜੀਏ। ਤੁਸੀਂ ਪਾਤਸ਼ਾਹ ਦੇ ਕੋਲ ਸੋ ਹਦੂਰ ਸੋ, ਜਿਵੇਂ ਜਿਵੇਂ ਵਾਪਰੀ ਹੈ ਤੁਸੀਂ ਸਾਨੂੰ ਸਰਵਣ ਕਰਵਾਓ। ਸੋਦਾ ਇਤਿਹਾਸ ਗੁਰ ਆਵਾ ਤੁਝ ਪਾਸ ਸਭ। ਇਤਿਹਾਸ ਅੰਮ੍ਰਿਤ ਰੂਪੀ ਇਹ ਪਾਵਨ ਪਵਿੱਤਰ ਇਤਿਹਾਸ ਜੋ ਤੁਹਾਨੂੰ ਕੋਲ ਹੈ, ਔਰ ਕੋ ਸੁਨਾਏ ਨਾ ਆਘਾਏ ਨਿਤ ਪੀਜੀਏ। ਕਹਿੰਦੇ ਤੁਸੀਂ ਹੋਰਨਾਂ ਨੂੰ ਵੀ ਇਹ ਅੰਮ੍ਰਿਤ ਵੰਡੋ, ਤੁਹਾਡੇ ਕੋਲ ਤਾਂ ਮਾਲਕ ਨੇ ਬਖਸ਼ਿਸ਼ ਕੀਤੀ ਹੈ, ਤੁਸੀਂ ਤਾਂ ਉਹ ਇਤਿਹਾਸ ਅੰਮ੍ਰਿਤ ਰੂਪੀ ਇਤਿਹਾਸ ਤਾਂ ਪੀ ਕਰਕੇ ਤੁਸੀਂ ਤ੍ਰਿਪਤ ਹੋ, ਹੋਰਨਾਂ ਨੂੰ ਵੀ ਤੁਸੀਂ ਵੰਡ ਕਰਕੇ ਇਤਿਹਾਸ ਦੇ ਵਿੱਚੋਂ ਹੋਰਨਾਂ ਨੂੰ ਵੀ ਤੁਸੀਂ ਤ੍ਰਿਪਤ ਕਰੋ। ਬਾਲਾ ਕਾਏ ਐਸੇ ਹੋਈ ਮੋਏ ਟਿਗ ਬੈਸੇ ਸਭ। ਭਾਈ ਬਾਲਾ ਜੀ ਫਿਰ ਬਚਨ ਪ੍ਰਾਰੰਭ ਕਰਦੇ ਹਨ, ਕਹਿੰਦੇ ਏਦਾਂ ਉੱਥੇ ਵਾਪਰੀ ਹੈ, ਜੈਸੇ ਬਿਦ ਪਈ ਤੈਸੇ ਬਰਨੋ ਸੁਨੀ ਜੀਏ। ਪਾਤਸ਼ਾਹ ਜੀ ਜਿਵੇਂ ਜਿਵੇਂ ਮੇਰੇ ਪਾਸ ਉੱਥੇ ਵਾਪਰੀ ਹੈ, ਮੈਂ ਉਸੇ ਤਰ੍ਹਾਂ ਹੀ ਆਪ ਜੀਆਂ ਨੂੰ ਸਰਵਣ ਕਰਵਾਉਂਦਾ ਹਾਂ ਪਾਤਸ਼ਾਹ।
ਬਸ ਤੁਸੀਂ ਆਪ ਜੀ ਬੈਠ ਕਰਕੇ ਸਰਵਣ ਕਰੋ। ਬਾਲਾਇਓ ਅਲਾਏ ਪੈੜਾ ਲਿਖਤ ਬਣਾਏ। ਭਾਈ ਬਾਲਾ ਜੀ ਲਿਖ ਰਹੇ ਨੇ ਪੈੜਾ ਜੀ ਉਸੇ ਤਰ੍ਹਾਂ ਬੜੇ ਸੁੰਦਰ ਲਿਖਾਈ ਦੇ ਨਾਲ ਇਤਿਹਾਸ ਨੂੰ ਲਿਖੀ ਜਾ ਰਹੇ ਹਨ। ਗੁਰੂ ਅੰਗਦ ਸੁਨਾਏ ਸੋ ਤੁਮ ਸੁਨ ਲੀਜੀਏ। ਇਹ ਭਾਈ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਨੂੰ ਇਹ ਕਥਾ ਵਾਰਤਾ ਪਾਤਸ਼ਾਹ ਜੀ ਦੀ ਸੁਣਾ ਰਹੇ ਨੇ। ਆਓ ਸਰੋਤਾ ਜਨੋ प्रेम सहित बैठ करके धन गुरु नानक देव महाराज जियों की मुबारक कथा आप जी भी श्रवण करो। दोहरा लोहरी पाहर खेओ बहुत जानियो सफल शरीर। धन गुरु नानक देव महाराज जियां तो असीस लै करके ਜਿਹੜਾ ਲੋਹਾ ਰੀਪਾ ਪਹਿਲਾਂ ਲੜਨ ਵਾਲਾ ਸੁਭਾਅ ਬਣਾ ਕੇ ਆਇਆ ਸੀ, ਪਾਤਸ਼ਾਹ ਦੇ ਕੋਲ ਵਿਚਾਰ ਚਰਚਾ ਹੋਈ ਮਹਾਰਾਜ ਜੀਆਂ ਦੇ ਨਾਲ। ਜਾਣ ਲੱਗਿਆ ਪਾਤਸ਼ਾਹ ਦੇ ਚਰਨੀ ਮੱਥਾ ਟੇਕਿਆ। ਹੁਣ ਲੋਹਾ ਰੀਪਾ ਸਤਿਗੁਰੂ ਮਹਾਰਾਜ ਜੀਓ ਕੀ ਪਾਵਨ ਪਵਿੱਤਰ ਮੁਕੱਦਸ ਛੋਹ ਪ੍ਰਾਪਤ ਕਰਕੇ ਆਪਣੇ ਆਪ ਨੂੰ ਸਫਲਾ ਸਮਝਦਾ ਹੈ। ਲੋਹਾ ਰੀਪਾ ਨੇ ਆਪਣੀ ਇਸ ਕਾਇਆ ਨੂੰ ਸਫਲੀ ਸਮਝਿਆ, ਕਿਉਂ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਹਿਮਤ ਕੀਤੀ ਹੈ। ਸੁਭਾਗ ਵਾਕ ਗੋਸ਼ਟ ਕਰੀ ਬੈਠ ਗੁਰੂ ਕੇ ਤੀਰ। ਔਰ ਫਿਰ ਪਾਤਸ਼ਾਹ ਤੋਂ ਪਹਿਲਾਂ ਆਇਆ ਹੈ ਸਾਧ ਸੰਗਤ ਜੀਓ ਵਾਦ ਵਿਵਾਦ ਕਰਨ। ਹੁਣ ਪਾਤਸ਼ਾਹ ਜੀ ਦੇ ਕੋਲ ਬੈਠਾ ਹੈ ਜਗਿਆਸੂ ਬਣ ਕੇ। ਹੁਣ ਪਾਤਸ਼ਾਹ ਜੀਆਂ ਦੇ ਕੋਲ ਸ੍ਰੇਸ਼ਟ ਬਚਨਾਂ ਦੀ ਲੋਹਾ ਰੀਪਾ ਨੇ ਸਾਧ ਸੰਗਤ ਜੀਓ ਬੈਠ ਕਰਕੇ ਪਾਤਸ਼ਾਹ ਜੀਆਂ ਦੇ ਨਾਲ ਵਿਚਾਰ ਕੀਤੀ ਹੈ। ਸਵਈਆ ਹੋਏ ਬੇਦਾ ਪੁਨ ਗੋਰਖ ਕੇ ਟਿਕ ਜਾਏ ਆਦੇਸ਼ ਆਦੇਸ਼ ਕਰੀ। ਫਿਰ ਇਹ ਉੱਠਿਆ ਪਾਤਸ਼ਾਹ ਜੀ ਦੇ ਕੋਲੋਂ ਆਗਿਆ ਲੈ ਕੇ ਆਪਣੇ ਗੁਰੂ ਗੋਰਖ ਦੇ ਕੋਲ ਫਿਰ ਗਿਆ। ਜਾ ਕਰਕੇ ਗੁਰੂ ਗੋਰਖ ਨੂੰ ਇਹਨੇ ਜਾ ਕੇ ਆਦੇਸ਼ ਨਮਸਕਾਰ ਕੀਤੀ। ਪੂਰਨ ਪਾਵਤਾਰ ਸਹੀ ਪਵਤਾਰਨ ਕੇ ਪਗ ਤੂਰ ਤਰੀ। ਤੇ ਜਾ ਕੇ ਲੱਗੇ ਕਹਿਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਬਾਬਤ ਕਿ ਉਹ ਤਾਂ ਪੂਰਨ ਅਵਤਾਰ ਹਨ, ਜਿਨ੍ਹਾਂ ਨੇ ਇਸ ਸੰਸਾਰ ਦੇ ਉੱਪਰ ਪਾਤਸ਼ਾਹ ਜੀਆਂ ਨੇ ਅਵਤਰਨ ਧਾਰਿਆ ਹੈ। ਕੋਏ ਨਾ ਤਾਏ ਸਮਾਨ ਲਖੋਂ ਕਿਤ ਜਾ ਮਿਲ ਮਦ ਕੋ ਬੁੱਧ ਟਾਰੀ। ਕਹਿੰਦਾ ਉਹਨਾਂ ਵਰਗਾ ਉਸ ਪਾਤਸ਼ਾਹ ਜੀ ਦੇ ਵਰਗਾ ਹੋਰ ਕੋਈ ਦੂਸਰਾ ਕੋਈ ਨਹੀਂ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵੀ ਬਖਸ਼ਿਸ਼ ਕਰਦੇ ਹਨ, ਨਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਲੋਹਾ ਰੀਪਾ ਬਚਨ ਕਹਿਣ ਲੱਗਾ ਆਪਣੇ ਗੁਰੂ ਗੋਰਖ ਦੇ ਕੋਲ ਜਾ ਕੇ, ਕਹਿੰਦਾ ਜੀ ਮੈਂ ਜਾ ਕੇ ਆਇਆ ਹਾਂ, ਉਹਨਾਂ ਨੇ ਤਾਂ ਇਸ ਮਾਤ ਲੋਕ ਦੇ ਅੰਦਰ ਅਵਤਾਰ ਲਿਆ ਹੈ ਜਗਤ ਨੂੰ ਤਾਰਨ ਵਾਸਤੇ। ਉਹਨਾਂ ਵਰਗਾ ਕੋਈ ਹੋਰ ਨਹੀਂ ਜਿਨ੍ਹਾਂ ਨੂੰ ਮਿਲ ਕਰਕੇ ਮੇਰੀ ਭੈੜੀ ਮਤ ਕੁਬੁੱਧ ਟਰੀ ਭਾਵ ਦੂਰ ਹੋਈ ਹੈ। ਕੋ ਨੈ ਜੀਤਨ ਕੋ ਸਮਰਥ ਸੁਨੇ ਪੁੰਨ ਗੋਰਖ ਯੋ ਉਚਰੀ। ਕਹਿੰਦੇ ਉਹਨਾਂ ਵਰਗਾ ਹੋਰ ਕੋਈ ਦੂਸਰਾ ਨਹੀਂ। ਹੁਣ ਗੋਰਖ ਨੂੰ ਇੰਨੀ ਗੱਲ ਕਿੱਥੇ ਪਚਣੀ ਸੀ, ਚੰਗੀ ਕਿੱਥੇ ਲੱਗਣੀ ਸੀ ਇੰਨੀ ਗੱਲ ਸੁਣ ਕੇ ਵੀ ਆਪਣੇ ਚੇਲੇ ਦੇ ਕੋਲੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਉਸਤਤ ਗੋਰਖ ਨੂੰ ਚੰਗੀ ਥੋੜਾ ਲੱਗਣੀ ਸੀ। ਜਦੋਂ ਉਹਨੇ ਜਾ ਕੇ ਪਾਤਸ਼ਾਹ ਜੀ ਦੀ ਇਸ ਬਿਧ ਸਾਧ ਸੰਗਤ ਜੀ ਉਸਤਤ ਕੀਤੀ, ਇੱਕੋ ਦਮ ਗੋਰਖ ਹਰਖ ਕੇ ਬੋਲਿਆ, ਕਬਿਤ ਬੈਸ ਟਿਗ ਆਈਏ ਮੁਖ ਤੂਸ਼ਨ ਕਰਈਏ। ਕਹਿੰਦੇ ਤੂੰ ਆਇਆ ਹੈ ਚੁੱਪ ਕਰਕੇ ਬੈਠ ਜਾ, ਤੈਨੂੰ ਬੋਲਣਾ ਹੁਣ ਤੂੰ ਬੋਲ ਨਾ, ਬਸ ਤੂੰ ਇੱਥੇ ਹੀ ਚੁੱਪ ਕਰਕੇ ਬੈਠ ਜਾ। ਨਹਿ ਔਰ ਕੋ ਸੁਣਾਈਏ જેਉ ਕਰੇ ਅਭਿਮਾਨ ਕੋ। ਬਸ ਤੂੰ ਇੱਥੇ ਹੋਰ ਕਿਸੇ ਨੂੰ ਨਾ ਜਾ ਆ ਕੇ ਆਪਣੇ ਇਹ ਬੋਲ ਸੁਣਾਈ ਜੋ ਤੂੰ ਅਭਿਮਾਨ ਸਹਿ ਤੇ ਕਹਿ ਰਿਹਾ ਹੈ। ਬਾਦ ਕੋ ਕਰਾਏ ਜਬ ਮਾਨ ਮਿਟ ਜਾਏ ਤਬ। ਕਹਿੰਦੇ ਜਦੋਂ ਫਿਰ ਮੈਂ ਜਾ ਕੇ ਉਹਨਾਂ ਨਾਲ ਹੋਰ ਉਹਨਾਂ ਦੇ ਪਾਸ ਜਾ ਕੇ ਜਦੋਂ ਮੈਂ ਵਿਚਾਰ ਕਰਾਂਗਾ, ਜਾਨਤ ਸੁਨਾਈ ਅਬ ਹਮਰੇ ਸਮਾਨ ਕੋ। ਉਹਨਾਂ ਸਮਾਨ ਤੂੰ ਸਾਡੇ ਨਾਲ ਉਹਨਾਂ ਦੀ ਉਹਨਾਂ ਵੱਤ ਉਪਮਾ ਪਿਆ ਕਰ ਰਹਾ ਹੈ, ਤੂੰ ਸਾਨੂੰ ਅਜੇ ਨਹੀਂ ਜਾਣਦਾ।
ਗੋਰਖ ਅਲਾਏ ਸਿੱਧ ਲੀਨੇ ਹੈ ਬੁਲਾਏ ਸਭ। ਇੰਨੀ ਕਹਿੰਦਿਆਂ ਸਾਰ ਗੋਰਖ ਨੇ ਜਿਹੜੇ ਬਾਕੀ ਵੀ, ਕੋਈ ਕਿਸੇ ਕੰਦਰ ਵਿੱਚ ਛੁਪਿਆ ਬੈਠਾ ਸੀ, ਕੋਈ ਕਿਸੇ ਥਾਂ ਤੇ ਦੂਰ ਦਰਾਡੇ ਸੀ, ਸਾਰਿਆਂ ਨੂੰ ਬਾਕੀ ਜਿਹੜੇ ਸਿੱਧ ਸਨ ਹੁਣ ਉਹਨਾਂ ਨੂੰ ਵੀ ਹਕਾਰ ਲਿਆ, ਉਹਨਾਂ ਨੂੰ ਵੀ ਆਵਾਜ਼ ਦੇ ਦਿੱਤੀ। ਵੈਸੇ ਆਏ ਆਏ ਕਹਿ ਆਦੇਸ਼ਤ ਮਹਾਨ ਕੋ। ਔਰ ਆਣ ਕਰਕੇ ਸਾਰਿਆਂ ਨੇ ਗੋਰਖ ਨੂੰ ਆਣ ਕੇ ਆਦੇਸ਼ ਕੀਤੀ, ਕੋਈ ਕਿਸੇ ਪਾਸਿਓਂ ਟਪਕ ਰਿਹਾ, ਕੋਈ ਕਿਸੇ ਪਾਸਿਓਂ ਛਾਲਾ ਮਾਰਦੇ, ਸਾਰੇ ਫਿਰ ਇਕੱਠੇ ਹੋ ਗਏ ਗੋਰਖ ਦੇ ਕੋਲ। ਆਣ ਕੇ ਉਹਨਾਂ ਨੇ ਆਪਣੇ ਗੋਰਖ ਨੂੰ ਉਹਨਾਂ ਨੇ ਨਮਸਕਾਰ ਕੀਤੀ। ਗੋਰਖ ਉਚਾਰੀ ਤੁਮ ਸਿੱਧ ਕਲਾ ਧਾਰੀ। ਉਹਨਾਂ ਨੂੰ ਆਣ ਕੇ ਗੋਰਖ ਨੇ ਕਿਹਾ, ਤੁਸੀਂ ਬੜੇ ਕਲਾਧਾਰੀ ਹੋ ਸੰਸਾਰ ਦੇ ਅੰਦਰ। ਕਉ ਜੀਤੇ ਬਾਦ ਕਾਰੀ ਜਾਏ ਨਾਨਕ ਸੁਜਾਨ ਕੋ। ਕਹਿੰਦੇ ਮੈਨੂੰ ਨਹੀਂ ਪਤਾ, ਭਾਵੇਂ ਕੋਈ ਝਗੜੇ ਨਾਲ ਜਿੱਤੇ, ਭਾਵੇਂ ਕੋਈ ਵਿਚਾਰ ਕਰਕੇ ਜਿੱਤੇ, ਬਸ ਤੁਸੀਂ ਜਿੱਤਣਾ ਹੈ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ। ਕੋਈ ਜਾ ਕੇ ਝਗੜਾ ਪੈਦਾ ਕਰੋ, ਕੋਈ ਜਾ ਕੇ ਆਪਣਾ ਕੌਤਕ ਵਿਖਾਓ, ਕੋਈ ਕਰਾਮਾਤ ਵਿਖਾਓ, ਕੋਈ ਪ੍ਰੇਮ ਸਹਿਤ ਜਿੱਤੋ, ਕੋਈ ਵਿਚਾਰ ਕਰਕੇ ਜਿੱਤੋ, ਤੁਸੀਂ ਬਸ ਜਿੱਤਣਾ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ। ਸਵਈਆ ਯੋਂ ਸੁਨ ਪੰਗਰ ਨਾਥ ਉਠਿਓ, ਮੁਝ ਆਇਸ ਦੇਓ ਵੀ ਲੋਕੋਂ ਜਾਈ। ਹੁਣ ਉੱਠਿਆ ਹੈ ਇਹਨਾਂ ਵਿੱਚੋਂ ਭੰਗਰਨਾਥ, ਜਿਹਦਾ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀਆਂ ਨੇ ਆਪਣੀਆਂ ਵਾਰਾਂ ਵਿੱਚ ਵੀ ਕੀਤਾ ਹੈ। ਜਿਸ ਭੰਗਰਨਾਥ ਨੂੰ ਮਹਾਰਾਜ ਜੀਆਂ ਨੇ ਅਚਲ ਵਟਾਲੇ ਦੀ ਧਰਤੀ ਤੇ ਕਿਹਾ ਸੀ, ਕਹਿੰਦੇ ਮਹਾਰਾਜ ਕਹਿੰਦੇ ਤੇਰੀ ਮਾਊ ਕਚੱਜੀ ਆਈ। ਨਾਨਕ ਆਖੈ ਭੰਗਰਨਾਥ ਤੇਰੀ ਮਾਊ ਕਚੱਜੀ ਆਈ, ਤੇਰੀ ਮੱਤ ਕਚੱਜੀ ਹੈ। ਜਿਸ ਮੱਤ ਨੇ ਤੈਨੂੰ ਭਾਂਡਾ ਧੋਣ ਦੀ ਅਕਲ ਨਹੀਂ ਦਿੱਤੀ, ਜਿਸ ਮੱਤ ਨੇ ਤੈਨੂੰ ਹਿਰਦੇ ਰੂਪੀ ਭਾਂਡਾ ਸਾਫ਼ ਕਰਨ ਦੀ ਮੱਤ ਨਹੀਂ ਦਿੱਤੀ, ਜਿਹੜੀ ਇਹ ਵਿਚਾਰ ਸੀ ਸਾਧ ਸੰਗਤ ਜੀ, ਇਹ ਵਿਚਾਰ ਹੋਈ ਸੀ ਪਾਤਸ਼ਾਹ ਜੀ ਦੀ ਜਿਨ ਮੇਲਾ ਸ਼ਿਵਰਾਤ ਦਾ। ਜਦੋਂ ਅਚਲ ਵਟਾਲੇ ਮੇਲਾ ਹੋਇਆ, ਉਸ ਥਾਂ ਤੇ ਮਹਾਰਾਜ ਜੀਆਂ ਦੇ ਨਾਲ ਪਹਿਲਾਂ ਇਹਨਾਂ ਦੀ ਮੁਲਾਕਾਤ ਸੁਮੇਰ ਪਰਬਤ ਤੇ ਵੀ ਹੋਈ ਹੈ। ਜਿਹੜੀ ਇਹ ਹੈ ਸੁਮੇਰ ਪਰਬਤ ਤੇ ਹੈ। ਇਹ ਪਾਤਸ਼ਾਹ ਜੀ ਨੂੰ ਦੁਬਾਰਾ ਫਿਰ ਅਚਲ ਵਟਾਲੇ ਵੀ ਸਿੱਧ ਮਿਲੇ ਸਨ। ਇਹਨਾਂ ਵਿੱਚੋਂ ਬਹੁਤੇ ਮਹਾਰਾਜ ਜੀਆਂ ਨੇ ਫਿਰ ਉੱਥੇ ਬਚਨ ਕਹੇ ਸਨ। ਹੁਣ ਇਹਨਾਂ ਵਿੱਚੋਂ ਭੰਗਰਨਾਥ ਉੱਠਿਆ ਹੈ ਹੱਥ ਜੋੜ ਕੇ ਗੋਰਖ ਸਾਹਮਣੇ। ਕੋ ਸਮਰੱਥ ਅਰੇ ਹਮਰੇ ਸੰਗ, ਜਾਂ ਕਲੀ ਕਾਲ ਨਾ ਦੇਤ ਦੇਖਾਈ। ਇਹੋ ਹੀ ਤਾਂ ਫਰਕ ਹੈ, ਹੰਕਾਰ ਵਸ ਉੱਠਿਆ ਹੈ। ਕਹਿੰਦੇ ਇਸ ਕਲੀ ਕਾਲ ਦੇ ਅੰਦਰ, ਇਸ ਕਲਯੁਗ ਦੇ ਅੰਦਰ ਸਾਡੇ ਸਾਹਮਣੇ ਕੌਣ ਹੈ ਅੜਨ ਵਾਲਾ? ਕੋਈ ਵੀ ਸਾਨੂੰ ਸਾਡੇ ਸਾਹਮਣੇ ਦਿਖਾਈ ਦਿੰਦਾ ਤਾਂ ਹੈ ਨਹੀਂ ਵੀ ਜਿਹੜਾ ਸਾਡੇ ਸਾਹਮਣੇ ਕੋਈ ਅੜ ਜਾਏ। ਇਹ ਨਹੀਂ ਪਤਾ ਜਿਸ ਪਾਤਸ਼ਾਹ ਜੀਆਂ ਦੇ ਸਾਵੇਂ ਇਹ ਜਾ ਰਹੇ ਹਨ, ਉਹਨਾਂ ਕੋਲ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਕੋਲ ਪ੍ਰੇਮ ਦੇ ਤੀਰ ਹਨ। ਜਿਸ ਪਾਤਸ਼ਾਹ ਜੀਆਂ ਨੇ ਆਪਣਾ ਜਿਹੜਾ ਵੇਖ ਹੀ ਨਿਮਰਤਾ ਦਾ ਸਤਿਗੁਰੂ ਮਹਾਰਾਜ ਜੀਆਂ ਨੇ ਵੇਖ ਕੀਤਾ ਹੈ, ਪੈਰ ਸਮਾਦ ਸਨਾਹ ਗਿਆਨ ਹੈ ਆਸਨ ਚੜਿਓ, ਧਰਮ ਧਨਖ ਕਰ ਗਇਓ, ਭਗਤ ਸੀਲਹਿ ਸਰ ਲੜਿਓ। ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਕੋਲ ਜਿਹੜੇ ਇਹ ਸ਼ਸਤਰ ਹਨ ਪ੍ਰੇਮ ਦੇ, ਨਿਮਰਤਾ ਦੇ, ਜਿਹਦੇ ਨਾਲ ਸਤਿਗੁਰੂ ਮਹਾਰਾਜ ਜਗਤ ਨੂੰ ਜਿੱਤ ਕੇ ਆਏ ਹਨ। ਭੰਗਰਨਾਥ ਕਹਿੰਦਾ ਜੀ ਮੈਨੂੰ ਆਗਿਆ ਦਿਓ, ਮੇਰੇ ਸਾਹਮਣੇ ਕਿਹੜਾ ਹੈ ਕੋਈ ਦੂਸਰਾ ਅੜਨ ਵਾਲਾ? ਕਹਿ ਤੋ ਹਟਾਏ ਕਹਿ ਪਾਛੇ ਪਠਾਇਓ, ਨਾ ਤੋਰੇ ਆਨੋ ਗੋਪਾਏ ਲਗਾਈ। ਕਹਿੰਦੇ ਜਾਂ ਤਾਂ ਮੈਂ ਉਹਨਾਂ ਨੂੰ ਮੋੜ ਆਵਾਂਗਾ, ਜਾਂ ਫਿਰ ਉਹਨਾਂ ਨੂੰ ਆਪਣੇ ਪਿੱਛੇ ਲਿਆ ਕੇ ਤੁਹਾਡੇ ਪੈਰਾਂ ਦੇ ਕੋਲ ਇੱਥੇ ਲਿਆ ਕੇ ਬਿਠਾ ਦੇਵਾਂਗਾ। ਭੰਗਰਨਾਥ ਨੇ ਬੋਲ ਹੰਕਾਰ ਵਸ ਕਹੇ, ਤਾਰਨ ਤੋਰਨ ਕੀ ਸ਼ਕਤੀ ਮਮ, ਕੋ ਬਪੋਰਾ ਨਰ ਤੀਰ ਤਰਾਈ। ਕਹਿੰਦਾ ਜੀ ਮੇਰੇ ਕੋਲ ਤਾਂ ਤਾਰੇ ਤੋੜਨ ਦੀ ਸ਼ਕਤੀ ਹੈ, ਮੈਂ ਤਾਂ ਤਾਰੇ ਵੀ ਤੋੜ ਲਿਆਵਾਂ ਜੇ ਤੁਸੀਂ ਆਗਿਆ ਕਰੋ। ਇਹ ਵਿਚਾਰਾ ਬਪਰਾ ਮੇਰੇ ਸਾਵੇਂ ਕੀ ਹੈ? ਸਵਈਆ ਗੋਰਖ ਆਇਸ ਦੇਤ ਪਾਇਓ, ਤੁਮ ਜੀਤੋ ਜਾਏ ਕਹਿ ਬਾਦੇ ਉਚਾਰੋ। ਹੁਣ ਗੋਰਖ ਨੇ ਇਹਨੂੰ ਆਗਿਆ ਦੇ ਦਿੱਤੀ, ਕਹਿੰਦਾ ਤੂੰ ਜਾ ਕੇ ਵਿਚਾਰ ਚਰਚਾ ਕਰਕੇ ਉਹਨਾਂ ਨੂੰ ਜਿੱਤ ਕੇ ਆ। ਬੋਲਨ ਮੈਂ ਸਭ ਪੰਥ ਪਰਬੀਨ ਹੋ, ਪੰਥ ਮੈਂ ਆਨੋ ਜੈਸੇ ਨਿਹਾਰੋ। ਜਿਵੇਂ ਵੀ ਤੈਨੂੰ ਚੰਗਾ ਲੱਗੇ, ਬੋਲਣ ਦੇ ਵਿੱਚ ਤੂੰ ਪ੍ਰਬੀਨ ਹੈ, ਜਾ ਕੇ ਉਹਨਾਂ ਨੂੰ ਆਪਣੇ ਆਈ ਪੰਥ ਦੇ ਅੰਦਰ
ਉਹਨਾਂ ਦਾ ਜਿਹੜਾ ਪੰਥ ਸੀ, ਇਹਨਾਂ ਦੇ ਵਿੱਚੋਂ ਆਈ ਪੰਥ, ਇਹਨਾਂ ਨੂੰ ਉੱਤਮ ਪੰਥ ਦੇ ਵਿੱਚੋਂ ਆਪਣੇ ਆਪ ਨੂੰ ਇਹਨਾਂ ਨੇ ਮੰਨਿਆ ਹੈ। ਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ। ਉਹਦੇ ਅੰਦਰ ਮਹਾਰਾਜ ਜੀ ਨੇ ਇਹਨਾਂ ਦਾ ਜ਼ਿਕਰ ਵੀ ਕੀਤਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਹਿੰਦੇ ਭਾਈ ਤੁਸੀਂ ਜਾ ਕੇ ਗੋਰਖਨਾਥ, ਆਪਣਾ ਭੰਗਰਨਾਥ ਨੂੰ ਕਹਿੰਦੇ ਗੋਰਖਨਾਥ, ਜਾਓ ਤੁਸੀਂ ਉਹਨਾਂ ਨੂੰ ਜਿੱਤ ਕੇ ਆਪਣੇ ਪੰਥ ਵਿੱਚ ਸ਼ਾਮਲ ਕਰੋ। ਸ਼੍ਰੋਨ ਪ੍ਰਸੰਸ ਸੋਨੀ ਗਰਬਿਓ ਔਰ ਭੰਗਰ ਤੂਰਨ ਕੀ ਨ ਪਦਾਰੋ। ਬਸ ਕੰਨਾਂ 'ਚ ਸੁਣ ਕਰਕੇ ਬੋਲ ਇੱਕੋ ਦਮ ਉੱਠਿਆ ਹੈ, ਤੁਰਨ ਲੱਗਾ ਹੈ। ਮੂਰਖ ਭੇਦ ਨ ਜਾਣਤ ਯੋ ਨਿਗਮਾਗਮ ਕੋ ਇਹ ਰੂਪੇ ਆਧਾਰੋ। ਕਹਿੰਦੇ ਤੁਰਨ ਲੱਗਾ ਹੈ। ਭਾਈ ਜੀ ਇੱਥੇ ਬਚਨ ਲਿਖਦੇ ਹਨ, ਭਾਈ ਸੰਤੋਖ ਸਿੰਘ ਜੀ ਕਹਿੰਦੇ ਮੂਰਖ ਨੂੰ ਇਹ ਨਹੀਂ ਪਤਾ ਵੀ ਜਿਸ ਦੇ ਕੋਲ ਚੱਲਾ ਹੈ ਉਹ ਤਾਂ ਪਰਿਪੂਰਨ ਪਰਮਾਤਮਾ ਦਾ ਅਵਤਾਰ ਆਏ ਹਨ, ਉਸ ਪਰਿਪੂਰਨ ਪਰਮਾਤਮਾ ਜੀ ਦਾ ਸਵਰੂਪ ਹਨ। ਸ਼੍ਰੀ ਗੁਰ ਜੀ ਗਮਨੇ ਏਤੇ ਆਗੇ ਕੋ ਮੰਦ ਹੀ ਮੰਦ ਸੋ ਚਾਲ ਸੁਹਾਈ। ਹੁਣ ਪਾਤਸ਼ਾਹ ਜੀ ਆਪਣੇ ਸੰਗੀਆਂ ਦੇ ਨਾਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਮੰਦ ਮੰਦ ਸੁੰਦਰ ਕਦਮ ਦੇ ਨਾਲ ਸਤਿਗੁਰੂ ਜੀ ਅਗਾਂਹ ਨੂੰ ਤੁਰ ਰਹੇ ਹਨ। ਉੱਚੇ ਗਾਏ ਜਬ ਹੀ ਬੋਹਤੇ ਮਰਦਾਨੇ ਤਬੇ ਮੁਖ ਬਾਣੀ ਆਲਾਈ। ਜਦੋਂ ਥੋੜਾ ਜਿਹਾ ਹੋਰ ਉੱਚੇ ਗਏ ਤੇ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਬਚਨ ਕਰਦੇ ਹਨ। ਦੇਖ ਰਿਓ ਨਿਜ ਲੋਚਨ ਸੰਗ ਮੈਂ ਅੰਕ ਆਬੇ ਨਹਿ ਦੇਤ ਦੇਖਾਈ। ਭਾਈ ਮਰਦਾਨਾ ਜੀ ਤੁਰਦਿਆਂ ਤੁਰਦਿਆਂ ਪਾਤਸ਼ਾਹ ਜੀ ਨੂੰ ਲੱਗੇ ਕਹਿਣ, ਮਹਾਰਾਜ ਮੈਂ ਵੇਖ ਰਿਹਾ ਅੱਖਾਂ ਨਾਲ ਚੰਦਰਮਾ ਦਿਖਾਈ ਨਹੀਂ ਦਿੰਦਾ। ਸਤਿਗੁਰੂ ਮਹਾਰਾਜ ਜੀ ਨੂੰ ਬਚਨ ਕੀਤੇ, ਉਪਰ ਹੈ ਕਿ ਨਹੀਂ ਇਸ ਥਾਨ ਕਹਾਂ ਲੱਗ ਜਾਵੋ ਦੇਹੋ ਬਤਾਈ। ਪਾਤਸ਼ਾਹ ਦਿਖਾਈ ਨਹੀਂ ਦੇ ਰਿਹਾ, ਉੱਪਰ ਹੈ ਕਿ ਹੇਠਾਂ ਹੈ, ਆਪਾਂ ਕਿੱਥੋਂ ਤੱਕ ਜਾਣਾ ਹੈ? ਸਤਿਗੁਰੂ ਜੀ ਕਿਰਪਾ ਕਰਕੇ ਤੁਸੀਂ ਇਹ ਦੱਸਣਾ ਕਰੋ। ਸੁਨ ਕੇ ਗੋਨੇ ਐਨ ਪਾਨੇ ਮੁਖ ਬੈਨ ਰਹੋ ਪਤ ਰਹਿਨ ਸੋ ਨੀਚੇ ਹਮਾਰੇ। ਪਾਤਸ਼ਾਹ ਜੀ ਸੁਣ ਕਰਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਭਾਈ ਮਰਦਾਨਾ ਜੀ ਜੋ ਚੰਦਰਮਾ ਤੁਸੀਂ ਕਹਿੰਦੇ ਹੋ ਦਿਖਾਈ ਨਹੀਂ ਦੇ ਰਿਹਾ, ਧਿਆਨ ਨਾਲ ਵੇਖੋ ਹੇਠਾਂ ਨੂੰ, ਚੰਦਰਮਾ ਤਾਂ ਹੇਠਾਂ ਰਹਿ ਗਿਆ ਹੈ, ਆਪਾਂ ਤਾਂ ਉਸ ਤੋਂ ਵੀ ਉੱਪਰ ਆਏ ਹਾਂ। ਜੁਗ ਸੂਰਜ ਚੰਦ ਪ੍ਰਕਾਸ਼ਕ ਜੇ ਜਗ ਨੈਣ ਤਰੇ ਕਰ ਲਿਓ ਨਿਆਰੇ। ਤੁਸੀਂ ਸੂਰਜ ਤਥਾ ਚੰਦਰਮਾ ਇੱਕੋ ਵਾਰ ਤੁਸੀਂ ਵੇਖ ਲਵੋ, ਇਹ ਹੁਣ ਨੀਵੇਂ ਹਨ, ਆਪਾਂ ਤਾਂ ਉਸ ਤੋਂ ਵੀ ਉੱਪਰ ਆਏ ਹੋਏ ਹਾਂ। ਪੁਨ ਔਰ ਸਥਾਨ ਜੋ ਬੂਝਤ ਹੈ ऊपर हैं ਬੌਰੂਰੇ ਅਨੇਕ ਪ੍ਰਕਾਰੇ। ਤੁਸੀਂ ਜਿਹੜੇ ਹੋਰ ਥਾਵਾਂ ਤੇ ਆਪਾਂ ਜਾਣਾ ਹੈ, ਉਹ ਜਿਹੜੇ ਸੁੰਦਰ ਅਸਥਾਨ ਹਨ ਉਹ ਹੋਰ ਵੀ ਮਹਾਰਾਜ ਕਹਿੰਦੇ ਭਾਈ ਮਰਦਾਨਾ ਜੀ ਹੋਰ ਵੀ ਉੱਚੇ ਹਨ, ਜਿੱਥੇ ਆਪਾਂ ਨੇ ਪਹੁੰਚਣਾ ਹੈ। ਜੈ ਮੇਰੇ ਕੋ ਸ਼ੇਖਰ ਸਿੱਧ ਰਾਹੇ ਤੈਂ ਹੈ ਸ਼ਕਤੀ ਜਿਨ ਬੀਚੀ ਉਦਾਰੇ। ਜਿਨ੍ਹਾਂ ਸਿੱਧਾਂ ਨੂੰ ਜਿੱਤਣ ਵਾਸਤੇ ਜਿਨ੍ਹਾਂ ਦੇ ਕੋਲ ਚੱਲੇ ਹਾਂ ਭਾਈ ਮਰਦਾਨਾ ਜੀ, ਘੱਟ ਉਹ ਵੀ ਨਹੀਂ ਹਨ, ਸ਼ਕਤੀਆਂ ਉਹਨਾਂ ਕੋਲ ਵੀ ਬਹੁਤ ਹਨ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਲੱਗੇ ਕਹਿਣ, ਜਿਹੜੇ ਸਿੱਧ ਐਨ ਸਿਖਰ ਦੇ ਉੱਪਰ ਜਾ ਕੇ ਬੈਠੇ ਹੋਏ ਹਨ, ਜਿਹੜੀ ਥਾਂ ਤੇ ਹੱਡੀਆਂ ਗਲ ਜਾਣ, ਜਿਸ ਬਰਫੀਲੀ ਠੰਡ ਦੇ ਅੰਦਰ ਆਣ ਕਰਕੇ ਪੰਛੀ ਵੀ ਆਣ ਕੇ ਉਸ ਠੰਡ ਦੇ ਅੰਦਰ, ਪਸ਼ੂ ਪੰਛੀ ਵੀ ਆਣ ਕੇ ਉਹਦੇ ਅੰਦਰ ਖੱਪ ਜਾਣ, ਮਰ ਜਾਣ, ਉਹਨਾਂ ਸਿੱਧਾਂ ਦਾ ਵਾਸਾ ਉੱਥੇ ਹੈ ਭਾਈ ਮਰਦਾਨਾ ਜੀ। ਆਪਾਂ ਉੱਥੇ ਜਾ ਰਹੇ ਹਾਂ ਜਿਨ੍ਹਾਂ ਅੰਦਰ ਅਤਿਅੰਤ ਸ਼ਕਤੀਆਂ ਹਨ। ਕਾਕ ਪਸੁੰਡ ਤੇ ਆਦਰ ਖੀਸ਼ੁਰ ਤਾਂਦਰ ਸੋ ਸੋਨੀਏ ਮਰਦਾਨਾ। ਕੋਈ ਗੱਲ ਨਹੀਂ ਭਾਈ ਮਰਦਾਨਾ ਜੀ, ਕਾਕ ਪੁੰਡ ਜਿਹੜੇ ਰਿਸ਼ੀ ਹਨ, ਆਦ ਜਿਹੜੇ ਹੋਰ ਵੀ ਉਹਨਾਂ ਥਾਵਾਂ ਤੇ ਹਨ। ਤ੍ਰੂ ਪ੍ਰਹਿਲਾਦ ਵੱਡੇ ਜਨ ਦਤ ਸੋ ਊਰਦ ਸੋਹਤ ਸੁੰਦਰ ਥਾਨਾ। ਸਤਿਕਾਰਯੋਗ ਭਗਤ ਧਰੂ ਜੀ, ਸਤਿਕਾਰਯੋਗ ਭਗਤ ਪ੍ਰਹਿਲਾਦ ਦੀ, ਜਾਂ ਜਿਹੜੇ ਹੋਰ ਵੀ ਸਤਿਕਾਰੇ ਭਗਤ ਹਨ ਉਹ ਹੋਰ ਉੱਪਰ ਹਨ। ਮੰਦੇ ਮੰਦ ਚਲੇ ਤੈਂ ਕੋ
ਮਨ ਸਿੱਧਨ ਕੇ ਬਹੁਤਾ ਅਭਿਮਾਨਾ। ਸਤਿਗੁਰੂ ਗੁਰੂ ਨਾਨਕ ਦੇਵ ਜੀ ਹੌਲੀ ਹੌਲੀ ਆਪਣੇ ਸਾਥੀਆਂ ਸਮੇਤ ਪਾਤਸ਼ਾਹ ਜੀ ਉਸ ਪਾਸੇ ਨੂੰ ਤੁਰ ਪਏ ਜਿਹੜੇ ਪਾਸੇ ਸਿੱਧਾਂ ਦੇ ਹਿਰਦੇ ਦੇ ਅੰਦਰ ਹੋਰ ਵੀ ਅਹੰਕਾਰ ਹੈ। ਦੇਹ ਮਿਟਾਏ ਪਾਲੇ ਮਗ ਪਾਏ ਬਖਾਨਤ ਤਾਂ ਚਿਨਯੋ ਗਾਤੇ ਦਾਨਾ। ਉਹਨਾਂ ਦਾ ਅਭਿਮਾਨ ਮਿਟਾ ਕਰਕੇ ਉਹਨਾਂ ਨੂੰ ਭਲੇ ਮਾਰਗ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਤੋਰਨ ਹਿਤ ਜਾ ਰਹੇ ਹਨ। ਕਬਿਤ ਪੰਗਰ ਸੁਆਏ ਮੁਖ ਬਚਨ ਅਲਾਏ। ਪਾਤਸ਼ਾਹ ਜੀ ਨੂੰ ਆਣ ਕਰਕੇ ਭੰਗਰਨਾਥ ਇੱਕੋ ਦਾ ਮਹਾਰਾਜੀਆਂ ਦੇ ਕੋਲ ਆਣ ਕੇ ਛਾਲ ਮਾਰ ਕੇ ਉੱਥੇ ਪਾਤਸ਼ਾਹ ਜੀ ਦੇ ਕੋਲ ਆਇਆ। ਮਹਾਰਾਜੀਆਂ ਨੂੰ ਆਣ ਕੇ ਭੰਗਰਨਾਥ ਲੱਗਾ ਕਹਿਣ, ਮਾਈ ਮੁੰਡੇ ਕਹਾਂ ਜਾਏ ਤੋਹੇ ਗਮ ਤਾਂ ਨਾ ਜਾਣ ਕੋ। ਕਹਿੰਦੇ ਤੁਸੀਂ ਬੱਚਿਓ ਕਿੱਧਰ, ਤੁਸੀਂ ਜਾ ਕਿੱਧਰ ਰਹੇ ਹੋ? ਪਾਤਸ਼ਾਹ ਜੀਆਂ ਨੂੰ ਕਈ ਵਾਰ ਉਹਨਾਂ ਨੇ ਬਾਲਾ ਸ਼ਬਦ ਕਿਹਾ ਹੈ ਕਿਉਂਕਿ ਪਾਤਸ਼ਾਹ ਦੀ ਉਮਰ ਇਹਨਾਂ ਨਾਲੋਂ ਬੜੀ ਘੱਟ ਸੀ। ਕਹਿੰਦੇ ਹੇ ਬਾਲਕ ਤੁਸੀਂ ਕਿਸ ਪਾਸੇ ਤੁਰੇ ਜਾ ਰਹੇ ਹੋ? ਅਗਾਂਹ ਤਾਂ ਕੋਈ ਰਸਤਾ ਹੈ ਨਹੀਂ, ਤੁਸੀਂ ਕਿੱਧਰ ਜਾ ਰਹੇ ਹੋ? ਆਗੇ ਦੁੱਖ ਪਾਏ ਜਹ ਪ੍ਰਾਨ ਕੋ ਗਵਾਏ। ਤੁਸੀਂ ਅਗਾਂਹ ਜਾ ਕੇ ਦੁੱਖ ਪਾਓਗੇ ਜਾਂ ਹੋ ਸਕਦਾ ਤੁਹਾਨੂੰ ਆਪਣੀ ਜ਼ਿੰਦਗੀ ਤੋਂ ਹੱਥ ਹੀ ਧੋਣਾ ਪੈ ਜਾਏ। ਕਉ ਸਕੇ ਨਾ ਬਚਾਏ ਹੱਠ ਕੀਜੇ ਨਹਿਮਾਨ ਕੋ। ਤੁਸੀਂ ਮੰਨ ਜਾਓ, ਬਹੁਤਾ ਹੱਠ ਨਾ ਕਰੋ। ਤੁਹਾਨੂੰ ਰੋਕਣ ਦਾ ਯਤਨ ਕੀਤਾ, ਤੁਸੀਂ ਰੁਕੇ ਨਹੀਂ, ਅਗਾਂਹ ਜਾਣ ਦਾ ਹੱਠ ਨਾ ਕਰੋ। ਆਗੇ ਚੱਲ ਬੇਕੀ ਚਾਹ ਗੋਰਖ ਕੋ ਗੁਰੂ ਕਰੋ। ਹਾਂ, ਜੇ ਅਗਾਂਹ ਤੁਹਾਡੀ ਜਾਣ ਦੀ ਇੱਛਾ ਹੈ ਇੱਕ ਕੰਮ ਕਰੋ, ਤੁਸੀਂ ਇਥੋਂ ਆਪਣਾ ਗੁਰੂ ਹੈ ਜਿਹੜਾ ਉਹਨੂੰ ਗੋਰਖ ਨੂੰ ਆਪਣਾ ਗੁਰੂ ਧਾਰਨ ਕਰ ਲਓ। ਜੇ ਤੁਹਾਡੀ ਅਗਾਂਹ ਜਾਣ ਦੀ ਇੱਛਾ ਹੈ। ਸੇਵਕ ਹੈ ਜਾਂ ਕੇ ਬਹੁ ਦੇਤ ਮਨ ਗਿਆਨ ਕੋ। ਜਿਹੜੇ ਉਹ ਬਹੁਤਾਤ ਵਿੱਚ ਲੋਕਾਈ ਨੂੰ ਗਿਆਨ ਵੰਡਦੇ ਹਨ, ਜਿਨ੍ਹਾਂ ਦੇ ਬਹੁਤਾਤ ਵਿੱਚ ਸੇਵਕ ਹਨ। ਪਾਛੇ ਹਟ ਜਾਈਏ ਨਾ ਤੋ ਗੁਰੂ ਕਰ ਲਈਏ ਅਬ। ਤੁਸੀਂ ਜਾਂ ਤਾਂ ਪਿਛਾਂ ਹਟ ਜਾਓ ਤੇ ਜਾਂ ਫਿਰ ਤੁਸੀਂ ਉਹਨਾਂ ਨੂੰ ਆਪਣਾ ਗੁਰੂ ਮੰਨ ਲਓ। ਪਾਤਸ਼ਾਹ ਜੀ ਦੇ ਸਾਵੇਂ ਇਹਨਾਂ ਨੇ ਇਹ ਸ਼ਰਤ ਰੱਖੀ ਹੈ, ਦੋ ਮੈਂ ਇੱਕ ਕਹੀਏ ਜੇ ਤੂੰ ਚਾਹੇ ਨਿਜ ਪ੍ਰਾਨ ਕੋ। ਤੁਹਾਨੂੰ ਇਹਨਾਂ ਦੋਵਾਂ ਦੇ ਵਿੱਚੋਂ ਇੱਕ ਚੀਜ਼, ਜਾਂ ਆਪਣਾ ਗੁਰੂ ਤੁਸੀਂ ਉਹਨਾਂ ਨੂੰ ਧਾਰਨ ਕਰ ਲਓ ਤੇ ਜਾਂ ਫਿਰ ਹੋ ਸਕਦਾ ਹੈ ਤੁਹਾਨੂੰ ਆਪਣੇ ਪ੍ਰਾਣਾਂ ਤੋਂ ਹੀ ਹੱਥ ਧੋਣੇ ਪੈ ਜਾਣ। ਤੁਸੀਂ ਮੇਰੀ ਗੱਲ ਮੰਨੋ, ਇਹਨਾਂ ਵਿੱਚੋਂ ਕੋਈ ਇੱਕ ਗੱਲ ਚੁਣ ਲਵੋ। ਮਨਸਾ ਹੈ ਮਾਈ ਤਾਂ ਕੋ ਮੁੰਡ ਹੈ ਮੁੰਡਾਈ। ਤੁਸਾਂ ਨੇ ਜੋ ਤ੍ਰਿਸ਼ਨਾ ਹੈ ਉਹਨੂੰ ਤੁਸਾਂ ਨੇ ਆਪਣੇ ਪਿੰਡੇ ਉੱਪਰ ਜਾਂ ਇਸ ਵੇ ਤੁਸੀਂ ਲੇਪ ਕੀਤਾ ਹੈ। ਪੁੰਨ ਮਾਈ ਹੂੰ ਕੀ ਮਾਈ ਸੰਗ ਤਜਾ ਨਾ ਸੰਭਾਰੀਆ। ਔਰ ਨਾਲ ਹੀ ਤੁਸਾਂ ਨੇ ਮਾਇਆ ਦਾ ਜਿਹੜਾ ਸੰਗ ਹੈ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਭੰਗਰਨਾਥ ਨੂੰ ਕਹਿ ਰਹੇ ਹਨ। ਕਹਿੰਦੇ ਤੁਸੀਂ ਮਾਇਆ ਤੋਂ ਜਿਹੜਾ ਆਪਣਾ ਸੰਗ ਹੈ ਇਹ ਤੁਸੀਂ ਛੱਡਿਆ ਨਹੀਂ, ਤੁਸੀਂ ਮਾਇਆ ਸੰਗ ਰਹੇ ਹੋ। ਦੁੱਖ ਤਾਂ ਕੋ ਹੋਏ ਭੂਲੇ ਪੰਥ ਫੇਰ ਜੋਏ। ਤੁਸੀਂ ਦੁੱਖ ਦੇ ਅੰਦਰ ਹੋ, ਆਪਣੇ ਰਸਤੇ ਤੋਂ ਭੁੱਲੇ ਹੋਏ। ਮਾਨ ਤੁਮਰੇ ਕੋ ਖੋਏ ਲਿਉ ਮਾਰਗ ਨਿਹਾਰੀਆ। ਮੈਂ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਹਨ, ਕਹਿੰਦੇ ਮੈਂ ਤੁਹਾਡਾ ਮਾਣ ਦੂਰ ਕਰਕੇ ਤੁਹਾਨੂੰ ਸਿੱਧੇ ਰਸਤੇ ਪਰ ਪਾਵਾਂਗਾ। ਗੋਰਖ ਬਿਲੋ ਕਿਉ ਤੇਰੋ ਓਦ ਹੈ ਵਧਾਈ ਬਾਦ। ਮਹਾਰਾਜ ਕਹਿੰਦੇ ਮੈਂ ਤੇਰਾ ਗੁਰੂ ਵੀ ਵੇਖਿਆ ਹੈ। ਮਹਾਰਾਜ ਕਹਿੰਦੇ ਮੈਂ ਤੇਰਾ ਗੁਰੂ ਵੀ ਵੇਖਿਆ, ਜਿਹਨੂੰ ਤੂੰ ਕਹਿ ਰਿਹਾ ਨਾ ਤੂੰ ਗੁਰੂ ਧਾਰਨ ਕਰ। ਪਾਤਸ਼ਾਹ ਕਹਿੰਦੇ ਮੈਂ ਉਹਨੂੰ ਵੀ ਵੇਖਿਆ ਹੈ, ਉਹਨੇ ਇਕੱਲੀ ਆਪਣੀ ਉਮਰਾਂ ਵਧਾਈ ਹੈ। ਬਾਦ ਕੋ ਰਚਾਵੇ ਨਹਿਮਾਨ ਕੋ ਨਿਵਾਰੀਆ। ਉਹਦਾ ਇਕੱਲਾ ਵਾਦ ਵਿਵਾਦ ਹੀ ਚਰਚਾ ਹੀ ਕਰਦਾ ਹੈ, ਪਰੰਤੂ ਆਪਣਾ ਮਾਣ ਅਹੰਕਾਰ ਨਹੀਂ ਛੱਡਦਾ। ਉਹਨੇ ਆਪਣਾ ਅਹੰਕਾਰ ਦੂਰ ਨਹੀਂ ਕੀਤਾ। ਖੋਇਓ ਨਿਜ ਗਿਆਨ ਕੈਸੇ ਦੇਓ ਗਤਿਆਨ। ਉਹਨੇ ਆਪਣਾ ਗਿਆਨ, ਉਹਨੇ ਆਪਣਾ ਗਿਆਨ ਜਿਹੜਾ ਹੈ ਗਵਾ ਦਿੱਤਾ ਹੈ। ਦੰਭ ਤਾਰੇ ਸਨਮਾਨ ਹਿਤ ਲੋਕਨ ਪੁਲਾਰੀਆ। ਔਰ ਪਖੰਡ ਨੂੰ ਹੀ ਜਿਨੇ ਆਪਣੇ ਜੀਵਨ ਦੀ ਵੇਸ਼ ਭਾਵ ਬਣਾਇਆ ਹੈ, ਪਖੰਡ ਹੀ ਆਦ ਕਰ ਰਿਹਾ ਹੈ, ਲੋਕਾਂ ਨੂੰ ਭੁਲਾਇਆ ਹੋਇਆ ਹੈ। ਕਾਨ ਕੋ ਛਿਦਾਏ ਮੁੰਦਾ ਫਟਕ ਬਣਾਏ। ਕੰਨਾਂ ਦੇ ਅੰਦਰ ਮੁੰਦਰਾਂ ਪਾਈਆਂ ਹੋਈਆਂ ਹਨ। ਜੋ ਮਹਾਰਾਜ ਜੀਆਂ ਨੇ ਫਿਰ ਉਹਨਾਂ ਦੀ ਵੇਸ਼ ਭੂਸ਼ਾ ਬਾਬਤ ਮਹਾਰਾਜ ਬਚਨ ਕਰਦੇ ਨੇ, ਕਹਿੰਦੇ ਤੁਸਾਂ ਨੇ
ਜ਼ਰੂਰ ਆਪਣਾ ਜਿਹੜਾ ਹੈ ਵੇਸ਼ ਤਾਂ ਤੁਸੀਂ ਇਹ ਧਾਰਨ ਕੀਤਾ ਹੈ, ਕੰਨਾਂ ਨੂੰ ਪੜਾ ਕੇ ਵਿੱਚ ਤੁਸੀਂ ਮੁੰਦਰਾਂ ਪਾਈਆਂ ਹਨ। ਸੇਲੀ ਅੰਗ ਹੂੰ ਮੈਂ ਪਾਏ ਬੇਖ ਦੰਭ ਕੇ ਨਿਧਾਨ। ਔਰ ਸੇਲੀ ਤੁਸੀਂ ਪਾਈ ਹੋਈ ਹੈ ਕੇਵਲ ਪਖੰਡ ਕਰਨ ਵਾਸਤੇ। ਭਸਮ ਲਗਾਏ ਪਟ ਪਗਵੇ ਰੰਗਾਏ। ਔਰ ਪਿੰਡੇ ਤੇ ਤੁਸੀਂ ਨੇ ਸਵਾਹ ਵੀ ਮਲ ਲਈ ਹੈ ਔਰ ਗੇਰੂ ਰੰਗ ਦੇ ਕੱਪੜੇ ਵੀ ਪਾਏ ਹਨ। ਝੋਲੀ ਲੀਨੀ ਹੈ ਸਿਵਾਏ ਨਿਜ ਮਾਨਤ ਮਹਾਨ। ਆਪਣੇ ਆਪ ਨੂੰ ਵੱਡਿਆਂ ਮੰਨਦਿਆਂ ਤੁਸੀਂ ਚੋਲੀ ਵੀ ਆਪ ਸਵਾਲ ਕਰਕੇ ਪਾਈ ਹੈ। ਜੋਗ ਕੀ ਜੁਗਤ ਨਹਿ ਜਾਨੀ ਤੈ ਬੇਮਤ ਨਿਜ। ਬਾਦਸ਼ਾਹ ਕਹਿੰਦੇ ਪਰੰਤੂ ਤੁਸਾਂ ਨੇ ਜੋਗ ਦੀ ਜਿਹੜੀ ਜੁਗਤੀ ਹੈ, ਹੇ ਭੰਗਰਨਾਥ ਤੁਸਾਂ ਜੋਗ ਦੀ ਜੁਗਤੀ ਨੂੰ ਸਮਝਿਆ ਨਹੀਂ ਹੈ। ਮੁੰਦਰਾਂ ਤੁਸਾਂ ਪਹਿਨੀਆਂ ਹੋਈਆਂ ਹਨ ਪਰੰਤੂ ਤੁਹਾਨੂੰ ਗਿਆਨ ਨਹੀਂ। ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬੇਬੂਤ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਫਿਰ ਪਾਵਨ ਪਵਿੱਤਰ ਬਾਣੀ ਅੰਦਰ ਵੀ ਥਾਂ ਪਰ ਥਾਂ ਜਿਵੇਂ ਜਿਵੇਂ ਇਹਨਾਂ ਸਿੱਧਾਂ ਦੇ ਨਾਲ ਜੋਗੀਆਂ ਦੇ ਨਾਲ ਜਿੱਥੇ ਜਿੱਥੇ ਵਿਚਾਰਾਂ ਹੋਈਆਂ ਪਾਤਸ਼ਾਹ ਜੀ ਬਾਣੀ ਅੰਦਰ ਵੀ ਜ਼ਿਕਰ ਕਰਦੇ ਜਾਂਦੇ ਹਨ। ਕਹਿੰਦੇ ਤੁਹਾਨੂੰ ਜੋਗ ਦੀ ਜੁਗਤੀ ਦਾ ਨਹੀਂ ਪਤਾ। ਜੋਗੀ ਹੋ ਕਹਿਤ ਜੋਗ ਹੂੰ ਤੇ ਅਨਜਾਨ। ਜੋਗੀ ਕਹਾਉਂਦੇ ਹੋ ਤੇ ਜੋਗ ਤੋਂ ਤੁਸੀਂ ਅਣਜਾਣ ਹੋ। ਓਦ ਐ ਵਧਾਈ ਕੂਰ ਪੰਥ ਸ਼ੁਭ ਰਿਓ ਦੂਰ। ਔਰ ਉਮਰ ਜ਼ਰੂਰ ਵਧਾਈ ਹੈ, ਚੰਗਾ ਜਿਹੜਾ ਮਾਰਗ ਹੈ ਉਹ ਬਹੁਤ ਤੁਹਾਡੇ ਤੋਂ ਦੂਰ ਰਹਿ ਗਿਆ ਹੈ। ਸਹਿਜ ਸਰੂਪ ਕੋਹਾ ਦੂਰ ਕੇਵ ਜਾਨੋ। ਔਰ ਤੁਸੀਂ ਆਪਣੇ ਨਿਜ ਸਰੂਪ ਨੂੰ ਨੇੜੇ ਤੁਸੀਂ ਕਿਵੇਂ ਜਾਣ ਸਕਦੇ ਹੋ। ਹੇ ਜੋਗੀ ਜਨੋ, ਤੁਸੀਂ ਅਹੰਕਾਰ ਵਸ ਹੋ ਕਰਕੇ ਤੁਸਾਂ ਨੇ ਆਪਣੇ ਸਵਰੂਪ ਨੂੰ ਵੀ ਭੁਲਾ ਦਿੱਤਾ। ਨਿਜ ਸਰੂਪ ਤਾਂ ਤੁਹਾਨੂੰ ਇਹਦੀ ਸੋਝੀ ਤਾਂ ਬਹੁਤ ਦੂਰ ਹੈ। ਤੁਸੀਂ ਤਾਂ ਅਹੰਕਾਰ ਵਸ ਦੇ ਅੰਦਰ ਲਗੇ ਫਿਰਦੇ ਹੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਕੋਲ ਇੱਕ ਪਾਸੇ ਗੋਰਖਨਾਥ ਦਾ ਭੇਜਿਆ ਭੰਗਰਨਾਥ ਬੈਠਾ ਹੈ, ਇੱਕ ਪਾਸੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਦੇ ਸੰਗੀ ਬੈਠੇ ਹਨ। ਭਾਈ ਮਰਦਾਨਾ ਸਾਹਿਬ ਜੀ ਸਾਰੀ ਵਿਚਾਰ ਨੂੰ ਬੜੇ ਪ੍ਰੇਮ ਸਹਿਤ ਸਰਵਣ ਕਰ ਰਹੇ ਹਨ। ਪਾਤਸ਼ਾਹ ਜੀਆਂ ਨੇ ਭੰਗਰਨਾਥ ਦਾ ਜਿਹੜਾ ਮਾਣ ਸੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਸਾਧ ਸੰਗਤ ਜੀਓ ਕਿਸ ਪ੍ਰਕਾਰ ਦੂਰ ਕੀਤਾ, ਅਗਲੇਰੇ ਪ੍ਰਸੰਗਾਂ ਵਿੱਚ ਸਰਵਣ ਕਰਾਂਗੇ ਜੀ। ਸੋ ਇੱਥੇ ਹੀ ਸਮਾਂ ਸਮਾਪਤ ਹੈ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ।